Hello everyone, welcome to Stray Shortcut. Here study becomes easier। ਤਾਂ ਆਪਾਂ ਪਹੁੰਚ ਚੁੱਕੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ऑफिशियल ਵੈਬਸਾਈਟ 'ਤੇ, ਜਿੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਹੈਗੇ ਨੋਟਿਸਿਸ ਆ ਚੁੱਕੀਆਂ। 29 ਜਨਵਰੀ 2021 ਨੂੰ ਨੋਟਿਸ ਜਿਹੜਾ ਨਵਾਂ ਜਾਰੀ ਕੀਤਾ ਗਿਆ ਹੈ, ਅਤੇ ਤੁਸੀਂ ਦੇਖ ਸਕਦੇ ਹੋ ਇਹ ਨੋਟਿਸ ਕਿਸ ਦੇ ਚੀਜ਼ ਨਾਲ ਰਿਲੇਟਡ ਹੈਗਾ। ਇਹ ਹੈ ਇੰਸਟਰਕਸ਼ਨਸ ਫॉर ਸਟੂਡੈਂਟਸ ਅਪੀਅਰਿੰਗ ਇਨ ਆਨਲਾਈਨ ਐਗਜ਼ਾਮੀਨੇਸ਼ਨ ਆਫ ਔਰਥ ਸਮੈਸਟਰ ਕਮੈਂਸਿੰਗ ਵਿਦ ਇਫੈਕਟ ਫਰੋਮ 15th Feb 2021। ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਾਫੀ ਟਾਈਮ ਤੋਂ ਕਾਲ ਚੱਲ ਰਹੀ ਸੀਗੀ, ਕਿਉਂਕਿ ਇੱਕ ਜਿਹੜੀ ਹੈਗੀ ਨਿਊਜ਼ਪੇਪਰ ਦੇ ਵਿੱਚ ਨਿਊਜ਼ ਆਈ ਸੀਗੀ ਕਿ 15 ਫਰਵਰੀ ਤੋਂ ਜਿਹੜੇ ਪੇਪਰ ਹੋ ਰਹੇ ਆ, ਆਨਲਾਈਨ ਐਗਜ਼ਾਮਸ ਹੋ ਰਹੇ ਆ, ਲੇਕਿਨ ਇਸ ਦੇ ਰਿਲੇਟਡ ਆਫੀਸ਼ੀਅਲ ਵੈਬਸਾਈਟ 'ਤੇ ਕੁਝ ਨਹੀਂ ਆਇਆ ਸੀ। ਤਾਂ ਫਾਈਨਲੀ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਇੰਸਟਰਕਸ਼ਨਸ ਔਰ ਸਮੈਸਟਰਸ ਵਾਲਿਆਂ ਦੀ 15 ਫਰਵਰੀ ਤੋਂ ਪੇਪਰ ਜਿਹੜੇ ਸ਼ੁਰੂ ਹੋ ਰਹੇ ਆ, ਉਹਦੀ ਇੰਸਟਰਕਸ਼ਨਸ ਜਿਹੜੀ ਅਪਲੋਡ ਕਰ ਦਿੱਤੀਆਂ ਗਈਆਂ ਨੇ। ਆਨਲਾਈਨ ਪੇਪਰ ਹੋਣਗੇ ਤਾਂ ਦੇਖਦੇ ਹਾਂ ਕੀ ਇੰਸਟਰਕਸ਼ਨਸ ਨੇ, ਕੀ ਕੁਝ ਉਹਦੇ ਵਿੱਚ ਦੱਸਿਆ ਗਿਆ। ਸਾਰੀ ਵੀਡੀਓ ਨੂੰ ਆਪਾਂ ਵੀਡੀਓ ਦੇ ਵਿੱਚ ਸਾਰੀਆਂ ਇੰਸਟਰਕਸ਼ਨਸ ਆਪਾਂ ਡਿਟੇਲ ਦੇ ਵਿੱਚ ਜਿਹੜੀ ਹੈਗੀ ਉਹ ਡਿਸਕਸ ਕਰਾਂਗੇ। ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਕਿ ਤੁਹਾਨੂੰ ਕੋਈ ਵੀ ਇੰਸਟਰਕਸ਼ਨ ਇੱਦਾਂ ਜਿਹੜੀ ਹੈਗੀ ਉਹ ਨਾ ਰਹਿ ਜਾਵੇ, ਜਿਹੜੀ ਤੁਹਾਨੂੰ ਸਮਝ ਨਾ ਆਵੇ। ਤਾਂ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤਾਂ ਕਿ ਤੁਹਾਡੀ ਕੋਈ ਵੀ ਡਾਊਟ ਜਿਹੜਾ ਮਾਈਂਡ 'ਚ ਨਾ ਰਹੇ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਮਿਲ ਜਾਏਗੀ। ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਸਾਹਮਣੇ ਜਿਹੜੀਆਂ ਹੈ ਇੰਸਟਰਕਸ਼ਨਸ ਫॉर ਸਟੂਡੈਂਟਸ ਫਰਵਰੀ ਮਾਰਚ 2021 ਆਨਲਾਈਨ ਐਗਜ਼ਾਮੀਨੇਸ਼ਨਸ ਫॉर ਔਰਥ ਸਮੈਸਟਰ ਸੈਸ਼ਨ ਦਸੰਬਰ 2020। ਤਾਂ ਔਰਥ ਸਮੈਸਟਰ ਦਸੰਬਰ 2020 ਦੇ ਸੈਸ਼ਨ ਦੇ ਜਿਹੜੇ ਪੇਪਰ 15 ਫਰਵਰੀ ਤੋਂ ਸ਼ੁਰੂ ਹੋ ਰਹੇ ਆ, ਉਹਦੇ ਰਿਲੇਟਡ ਇੰਸਟਰਕਸ਼ਨਸ ਨੇ। ਪਹਿਲਾ ਪੁਆਇੰਟ ਜਿਹੜਾ ਹੈਗਾ ਆਪਾਂ ਉਸਨੂੰ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾ ਪੁਆਇੰਟ ਆਪਾਂ ਨੂੰ ਕੀ ਕਹਿੰਦਾ ਇੱਥੇ, These examinations are to be conducted with effect from 15 ਫਰਵਰੀ 2021 in an online mode। ਤਾਂ ਦੇਖੋ ਮੈਂਸ਼ਨ ਇੱਥੇ ਆਨਲਾਈਨ ਮੋਡ ਦੇ ਦੁਆਰਾ ਇਹ ਪੇਪਰ ਲਏ ਜਾਣਗੇ, 15 ਫਰਵਰੀ ਨੂੰ ਹੋਣ ਤੋਂ ਸ਼ੁਰੂ ਹੋਣਗੇ। ਫॉर द स्टूडेंट्स who have already filled their examination forms for the session December 2020। The online examinations for the students 3rd, 5th, 7th and 9th semesters will be commenced on with effect from 15 ਫਰਵਰੀ 2021। ਅਤੇ ਜਿਹੜੇ ਔਨਗੋਇੰਗ ਕਲਾਸਿਸ ਦੇ ਔਰਥ ਸਮੈਸਟਰ ਦੇ ਜਿਹੜੇ ਪੇਪਰ ਹੈਗੇ ਆ, 3rd ਸਮੈਸਟਰ, 5th, 7th, 9th ਸਮੈਸਟਰ, ਤਾਂ ਉਹਨਾਂ ਦੇ ਪੇਪਰ 15 ਫਰਵਰੀ ਤੋਂ ਸ਼ੁਰੂ ਹੋ ਰਹੇ ਆ। These examinations will be for regular, repair, improvement of performance, additional, deficient subjects, USOL, ਪ੍ਰਾਈਵੇਟ ਸਟੂਡੈਂਟਸ। ਸਾਰਿਆਂ ਲਈ ਜਿਹੜੇ ਹੈਗੇ ਪੇਪਰ ਰਹਿਣਗੇ। ਨਾਲ ਹੀ ਇਹਨਾਂ ਨੇ ਦਿੱਤਾ ਦਾ ਆਨਲਾਈਨ ਐਗਜ਼ਾਮੀਨੇਸ਼ਨ ਆਫ ਫਸਟ ਸਮੈਸਟਰ ਦੇ ਜਿਹੜੇ ਹੈਗੇ ਰੈਗੂਲਰ ਐਂਡ ਰੀਪੇਅਰ ਵਾਲੇ ਸਾਰੇ ਹੀ ਇੰਪਰੂਵਮੈਂਟ, ਐਡੀਸ਼ਨਲ, ਡੈਫੀਸ਼ੀਐਂਟ ਵਾਲੇ USOL ਅਤੇ ਪ੍ਰਾਈਵੇਟ ਸਟੂਡੈਂਟਸ ਲਈ ਜਿਹੜੇ ਪੇਪਰ ਹੈ ਉਹ ਸੈਕਿੰਡ ਵੀਕ ਆਫ ਦਾ ਮਾਰਚ ਜਿਹੜਾ ਹੈਗਾ ਸ਼ੁਰੂ ਹੋ ਰਹੇ ਪੇਪਰ। ਆਪਾਂ ਨੂੰ ਪਤਾ ਇਹਦੀ ਡੇਟ ਜਿਹੜੀ ਹੈ ਨਿਊਜ਼ਪੇਪਰ ਦੇ ਵਿੱਚ ਆਪਾਂ ਪੜ੍ਹੀ ਸੀ, 8 ਮਾਰਚ ਜਿਹੜੀ ਆ ਉਹ ਡੇਟ ਦਿੱਤੀ ਹੋਈ ਸੀ। ਇੱਥੇ ਵੀ ਇਹਨਾਂ ਨੇ ਲਿਖਿਆ ਹੋਇਆ ਕਿ ਸੈਕਿੰਡ ਵੀਕ ਆਫ ਦਾ ਮਾਰਚ 2021 ਜਿਹੜੇ ਆ ਫਸਟ ਸਮੈਸਟਰ ਦੇ ਪੇਪਰ ਆ ਜਿਹੜੇ ਉਹ ਸ਼ੁਰੂ ਹੋਣਗੇ। ਬਾਕੀ 3rd, 5th, 7th, 9th ਸਮੈਸਟਰ ਦੇ ਜਿਹੜੇ ਪੇਪਰ ਆ ਉਹ 15 ਫਰਵਰੀ ਤੋਂ ਸ਼ੁਰੂ ਹੋ ਰਹੇ ਆ। ਤਾਂ ਅੱਗੇ ਚੱਲਦੇ ਆਪਾਂ ਸੈਕਿੰਡ ਪੁਆਇੰਟ ਪੜ੍ਹਦੇ ਹਾਂ, ਡਾਊਨਲੋਡਿੰਗ ਐਡਮਿਟ ਕਾਰਡ ਅਤੇ ਰੋਲ ਨੰਬਰ ਕਿਸ ਤਰ੍ਹਾਂ ਡਾਊਨਲੋਡ ਕਰਨੇ ਹੈ। ਤਾਂ ਉਹਨਾਂ ਨੇ ਕਿਹਾ ਕਿ ਰੈਗੂਲਰ ਕਾਲਜ, ਡਿਪਾਰਟਮੈਂਟ, ਰੀਜਨਲ ਸੈਂਟਰ ਸਟੂਡੈਂਟ ਸ਼ੈਲ ਗੈਟ ਦ ਐਡਮਿਟ ਕਾਰਡ ਫਰੋਮ ਦੇਅਰ ਰਿਸਪੈਕਟਿਵ ਕਾਲਜ, ਡਿਪਾਰਟਮੈਂਟ, ਰੀਜਨਲ ਸੈਂਟਰਸ ਵਿਦ ਇਫੈਕਟ ਫਰੋਮ 8 ਫਰਵਰੀ 2021। ਤਾਂ ਜਿਹੜੇ ਵੀ ਰੈਗੂਲਰ ਜਿਹੜੇ ਹੈਗੇ ਆ ਸਟੂਡੈਂਟ ਹੈਗੇ ਆ, ਉਹ ਤਾਂ ਆਪਣੇ ਕਾਲਜ ਦੇ ਵਿੱਚੋਂ ਜਾ ਕੇ ਆਪਣੇ ਜਿਹੜੇ ਹੈਗੇ ਆਪਣੇ ਜੋ ਵੀ ਜਿਸ ਵੀ ਡਿਪਾਰਟਮੈਂਟ ਜਾਂ ਰੀਜਨਲ ਸੈਂਟਰ ਤੋਂ ਜਾ ਕੇ ਆਪਣੀ ਐਡਮਿਟ ਕਾਰਡ ਜਿਹੜੇ ਹੈਗੇ ਆ ਉਹ ਲੈ ਸਕਦੇ ਆ। 8 ਫਰਵਰੀ 2021 ਤੋਂ ਜਿਹੜੇ ਹੈਗੇ ਉਹਨਾਂ ਨੂੰ ਆਪਣੇ ਐਡਮਿਟ ਕਾਰਡ ਜਿਹੜੇ ਆ ਉਹ ਮਿਲ ਜਾਣਗੇ। ਜਿਵੇਂ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਸਟੂਡੈਂਟ ਬਾਰੇ ਇੱਥੇ ਗੱਲ ਕਹੀ ਗਈ ਹੈ ਕਿ ਪ੍ਰਾਈਵੇਟ ਸਟੂਡੈਂਟ ਜਿਹੜੇ ਹੈਗੇ ਆ USOL ਐਲੀਜੀਬਲ ਕੈਂਡੀਡੇਟ ਸ਼ੈਲ ਬੀ ਏਬਲ ਟੂ ਡਾਊਨਲੋਡ ਦੇਅਰ ਐਡਮਿਟ ਕਾਰਡ ਫਰੋਮ UGPD ਵੈਬਸਾਈਟਸ। ਤੋਂ UGPD ਵੈਬਸਾਈਟਸ ਤੋਂ ਜਾ ਕੇ ਆਪਣੀ ਐਡਮਿਟ ਕਾਰਡ ਜਿਹੜੇ ਡਾਊਨਲੋਡ ਕਰ ਸਕਦੇ ਆ ਆਫਟਰ ਲੌਗਇਨ। ਤਾਂ ਆਪਣੀ ਲੌਗਇਨ ਕਰਕੇ ਤੁਸੀਂ 8 ਫਰਵਰੀ 2021 ਤੋਂ ਜਿਹੜੇ ਆਪਣੇ ਐਡਮਿਟ ਕਾਰਡਸ ਡਾਊਨਲੋਡ ਕਰ ਸਕਦੇ ਹੋ। ਇਨ ਅ ਕੇਸ ਸਟੂਡੈਂਟ ਡਜ਼ਨਟ ਰਿਮੈਂਬਰ ਹਿਜ਼ ਔਰ ਹਰ ਪਾਸਵਰਡ, ਦ ਸੇਮ ਮੇ ਬੀ ਰਿਟਰਾਈਡ ਬਾਈ ਐਂਟਰਿੰਗ ਦਾ ਫੋਲੋਇੰਗ ਡਿਟੇਲਸ। ਤਾਂ ਮੰਨ ਲਓ ਅਗਰ ਤੁਹਾਨੂੰ ਆਪਣਾ ਪਾਸਵਰਡ ਯਾਦ ਨਹੀਂ ਰਹਿੰਦਾ ਤਾਂ ਤੁਸੀਂ ਨੀਚੇ ਦਿੱਤਾ ਹੋਇਆ ਡਾਟਾ, ਨੇਮ, ਫਾਦਰ ਨੇਮ, ਮਦਰ ਨੇਮ, ਡੇਟ ਆਫ ਬਰਥ ਅਤੇ ਸਿਲੈਕਟ ਕਲਾਸ ਜਿਹੜੀ ਇੱਥੇ ਆਪਣੀ ਕਲਾਸ ਸਿਲੈਕਟ ਕਰਕੇ ਆਪਣਾ ਰਿਕਾਰਡ ਸਰਚ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਫਿਰ ਤੁਸੀਂ ਆਪਣਾ ਜਿਹੜਾ ਐਡਮਿਟ ਕਾਰਡ ਹੈ ਇੱਥੇ ਡਾਊਨਲੋਡ ਕਰ ਸਕਦੇ ਹੋ। ਇਨ ਕੇਸ ਆਫ ਐਨੀ ਇਸ਼ੂ ਕੈਂਡੀਡੇਟ ਇਜ਼ ਰਿਕੁਆਇਰਡ ਟੂ ਸੈਂਡ ਐਨ ਈਮੇਲ। ਤਾਂ ਤੁਸੀਂ ਜਿਹੜੀਆਂ ਇਹ ਦੋ ਦਿੱਤੀਆਂ ਹੋਈਆਂ ਨੇ, ਇਹ ਮੇਲਸ ਦਿੱਤੀਆਂ ਹੋਈਆਂ ਨੇ। UG ਦੀ ਮੇਲ ਦਿੱਤੀ ਹੋਈ ਹੈ, ਈਮੇਲ ਐਡਰੈਸ ਦਿੱਤਾ ਹੋਇਆ, ਅਤੇ ਨਾਲ PG ਦਾ ਈਮੇਲ ਐਡਰੈਸ ਦਿੱਤਾ ਹੋਇਆ। ਇਹਨਾਂ 'ਤੇ ਜਾ ਕੇ ਤੁਸੀਂ ਕੋਈ ਵੀ ਕੁਐਰੀ ਤੁਹਾਨੂੰ ਆਉਂਦੀ ਹੈ, ਕੋਈ ਇਸ਼ੂ ਆਉਂਦਾ, ਤਾਂ ਇੱਥੇ ਜਾ ਕੇ ਤੁਸੀਂ ਉਹਨਾਂ ਨੂੰ ਮੇਲ ਕਰ ਸਕਦੇ ਹੋ। ਇਹ ਹੋ ਗਈ ਐਡਮਿਟ ਕਾਰਡ ਦੀ ਗੱਲ। ਉਸ ਤੋਂ ਬਾਅਦ ਆਪਾਂ 3rd ਪੁਆਇੰਟ ਪੜ੍ਹਦੇ ਹਾਂ। ਹਾਂਜੀ, 3rd ਪੁਆਇੰਟ ਦੇ ਬਾਰੇ ਉਹ ਕਹਿ ਰਹੇ ਹੈਗੇ ਇੱਥੇ ਕਿ ਡੇਟ ਸ਼ੀਟ ਜਿਹੜੀਆਂ ਹੈਗੀਆਂ ਨੇ, ਦੇਖੋ ਇੱਥੇ ਦਿੱਤਾ ਹੋਇਆ ਆਲ ਦਾ ਡੇਟ ਸ਼ੀਟ ਵਿਲ ਬੀ ਅਵੇਲੇਬਲ ਐਟ ਦਾ ਐਗਜ਼ਾਮੀਨੇਸ਼ਨ ਲਿੰਕ। ਅਤੇ ਐਗਜ਼ਾਮੀਨੇਸ਼ਨ ਲਿੰਕ ਕਿਹੜਾ ਹੈਗਾ ਜੀ, ਉਹ ਆ ਦਿੱਤਾ ਹੋਇਆ ਐਗਜ਼ਾਮੀਨੇਸ਼ਨ ਲਿੰਕ। ਇੱਥੇ ਜਾ ਕੇ ਇਸ ਲਿੰਕ 'ਤੇ ਜਾ ਕੇ ਤੁਸੀਂ ਆਪਣੀ ਡੇਟ ਸ਼ੀਟ ਜਿਹੜੀਆਂ ਨੇ ਉਹ ਡਾਊਨਲੋਡ ਕਰ ਸਕਦੇ ਹੋ। ਉਸ ਤੋਂ ਬਾਅਦ ਅਗਲਾ ਪੁਆਇੰਟ ਦਿੱਤਾ ਹੋਇਆ ਨੋਟਿਸ ਬੋਰਡ ਦਾ, ਕਿ ਆਲ ਦਾ ਸਟੂਡੈਂਟਸ ਆਰ ਐਡਵਾਈਜ਼ ਟੂ ਕੀਪ ਅਸੈਸਿੰਗ ਦਾ ਨੋਟਿਸ ਬੋਰਡ ਐਟ ਦਿਸ ਲਿੰਕ। ਅਤੇ ਇਸ ਲਿੰਕ 'ਤੇ ਜਾ ਕੇ ਤੁਸੀਂ ਜਿਹੜੀ ਪੰਜਾਬ ਯੂਨੀਵਰਸਿਟੀ ਦਾ ਜਿਹੜੇ ਨੋਟਿਸ ਬੋਰਡ ਹੈ ਉਸਨੂੰ ਰੈਗੂਲਰਲੀ ਚੈੱਕ ਕਰਦੇ ਰਹੋਗੇ। ਕੋਈ ਵੀ ਇੰਪੋਰਟੈਂਟ ਅਨਾਊਂਸਮੈਂਟ ਆਉਂਦੀ ਹੈ ਤਾਂ ਕਿ ਤੁਸੀਂ ਉਸ ਨਾਲ ਅਪਡੇਟ ਰਹੋ।
4th ਪੁਆਇੰਟ ਇੱਥੇ ਟਾਈਮ ਸਲੋਟ ਦੀ ਗੱਲ ਕੀਤੀ ਗਈ ਹੈ। ਪੇਪਰ ਦਾ ਜਿਹੜਾ ਟਾਈਮ ਸਲੋਟ ਕਿਵੇਂ ਰਹੇਗਾ, ਕੈਂਡੀਡੇਟ ਆਰ ਐਡਵਾਈਜ਼ ਟੂ ਚੈੱਕ ਦਾ ਡੇਟ ਸ਼ੀਟਸ ਐਂਡ ਕੋਰਸਪੋਂਡਿੰਗ ਟਾਈਮ। ਤਾਂ ਤੁਹਾਡੀ ਡੇਟ ਸ਼ੀਟ ਦੇ ਉੱਤੇ ਤੁਹਾਡਾ ਜਿਹੜਾ ਟਾਈਮ ਸਲੋਟ ਹੈਗਾ ਉਹ ਲਿਖਿਆ ਹੋਇਆ ਹੋਏਗਾ ਕਿ ਤੁਹਾਡਾ ਸੈਸ਼ਨ ਜਿਹੜਾ ਹੈ ਉਹ ਕਿਹੜਾ ਰਹੇਗਾ, ਮੋਰਨਿੰਗ ਦਾ ਰਹੇਗਾ ਜਾਂ ਈਵਨਿੰਗ ਦਾ। ਮੋਰਨਿੰਗ ਦਾ ਜਿਹੜਾ ਸੈਸ਼ਨ ਹੈ ਉਹ 9:30 ਤੋਂ 12:30 ਵਜੇ ਤੱਕ ਦਾ ਹੈਗਾ ਸੁਬਾਹ, ਔਰ ਜਿਹੜਾ ਈਵਨਿੰਗ ਦਾ ਹੈ ਉਹ ਹੈ 1:30 ਵਜੇ ਤੋਂ ਲੈ ਕੇ 4:30 ਵਜੇ ਤੱਕ ਦਾ ਟਾਈਮ ਹੈਗਾ। ਐਨੀ ਅਦਰ ਟਾਈਮ ਸਲੋਟ ਇਫ ਨੀਡਡ B will be created by university. The candidate are advised to check the date sheet for timing of the examination. ਬਾਕੀ ਕਿਸੇ ਦਾ ਐਗਜ਼ਾਮੀਨੇਸ਼ਨ ਜੋ ਉਹਨਾਂ ਨੇ ਲਿਖਿਆ, ਕਿਸੇ ਦਾ ਐਗਜ਼ਾਮ ਕਿਸੇ ਹੋਰ ਟਾਈਮ ਸਲੋਟ 'ਤੇ ਅਗਰ ਹੁੰਦਾ ਤਾਂ ਉਹਨਾਂ ਦੇ ਪਰਟੀਕੂਲਰ ਡੇਟ ਸ਼ੀਟ ਦੇ ਉੱਪਰ ਮੈਂਸ਼ਨ ਹੋਏਗਾ। ਅਦਰਵਾਈਜ਼ ਦੋ ਇਸ ਟਾਈਮ ਸਲੋਟ ਜਿਹੜੇ ਆ ਉਹ ਰਹਿਣਗੇ, ਸੁਬਾਹ ਦਾ ਅਤੇ ਈਵਨਿੰਗ ਵਾਲਾ। ਬਾਕੀ ਤੁਸੀਂ ਆਪਣੀ ਡੇਟ ਸ਼ੀਟ ਪਰਟੀਕੂਲਰ ਹਰ ਇੱਕ ਬੱਚੇ ਨੇ ਆਪਣੀ ਡੇਟ ਸ਼ੀਟ ਦੇ ਉੱਪਰ ਜਾ ਕੇ ਚੈੱਕ ਕਰਨਾ ਕਿ ਉਹਨਾਂ ਦੀ ਡੇਟ ਸ਼ੀਟ ਦੇ ਉੱਤੇ ਜਿਹੜਾ ਟਾਈਮ ਸਲੋਟ ਹੈ ਉਹ ਕਿਹੜਾ ਲਿਖਿਆ ਹੋਇਆ। ਉਸ ਤੋਂ ਬਾਅਦ ਆ ਜਾਂਦਾ 5th ਪੁਆਇੰਟ, ਕੁਐਸਚਨ ਪੇਪਰ ਡਾਊਨਲੋਡ। ਫਸਟ ਪੁਆਇੰਟ ਦੇਖੋ, ਇਹਦੇ ਵਿੱਚ ਇਹ ਪਾਰਟ ਜਿਹੜਾ ਲਿਖਿਆ ਹੋਇਆ ਤਾਂ ਕੁਐਸਚਨ ਪੇਪਰ ਵਿਲ ਬੀ ਅਵੇਲੇਬਲ ਬੋਥ ਔਨ UG ਦੀ ਇੱਥੇ ਦਿੱਤੀ ਹੋਈ ਹੈ ਸਾਈਟ 'ਤੇ, ਇਹ ਦਿੱਤੀ ਹੋਈ ਹੈ PG ਦੇ ਨੂੰ। ਧਿਆਨ ਨਾਲ ਨੋਟ ਕਰ ਲਓ ਇਹਨਾਂ ਦੋਨਾਂ ਸਾਈਟਸ ਨੂੰ। UG ਦੀ ਜਿਹੜੀ ਸਾਈਟ ਹੈਗੀ ਉਹ ਗ੍ਰੈਜੂਏਸ਼ਨ ਦੇ ਵਾਸਤੇ ਹੈਗੀ ਹੈ, ਯਾਨੀ ਕਿ ਜਿਹੜੇ ਵੀ ਗ੍ਰੈਜੂਏਸ਼ਨ ਯਾਨੀ ਕਿ BA BCom BSc ਇੱਦਾਂ ਦੇ ਕੋਰਸ ਕਰ ਰਹੇ ਆ। ਅਤੇ PG ਦੀ ਜਿਹੜੀ ਸਾਈਟ ਆ ਪੋਸਟ ਗ੍ਰੈਜੂਏਸ਼ਨ ਦੇ ਲਈ, ਜਿਵੇਂ MA MCom MSc ਇੱਦਾਂ ਦੇ ਜਿਹੜੇ ਹੈਗੇ ਆ ਕੋਰਸਿਸ ਉਹਨਾਂ ਵਾਸਤੇ ਹੈਗੀ ਹੈ। ਅਤੇ ਇੱਥੇ ਜਾ ਕੇ ਤੁਸੀਂ ਆਪਣੇ ਕੁਐਸਚਨ ਪੇਪਰ ਜਿਹੜੇ ਆ ਡਾਊਨਲੋਡ ਕਰਨੇ ਆ ਪੇਪਰ ਵਾਲੇ ਦਿਨ। ਦ ਸਟੂਡੈਂਟਸ ਕੈਨ ਡਾਊਨਲੋਡ ਦਾ ਕੁਐਸਚਨ ਪੇਪਰ ਡਾਇਰੈਕਟਲੀ ਫਰੋਮ ਦਾ ਹੋਮ ਪੇਜ ਆਫ ਦਾ ਅਬਵ ਵੈਬਸਾਈਟ ਵਿਦਾਊਟ ਲੌਗਿਨ। ਅਤੇ ਇੱਥੇ ਜਾ ਕੇ ਤੁਹਾਨੂੰ ਕੋਈ ਲੌਗਇਨ ਕਰਨ ਦੀ ਜ਼ਰੂਰਤ ਨਹੀਂ ਹੈ, ਨਾ ਸਾਈਟ 'ਤੇ ਜਾਓਗੇ ਤਾਂ ਸਾਹਮਣੇ ਤੁਹਾਨੂੰ ਆਪਣੇ ਕੁਐਸਚਨ ਪੇਪਰ ਮਿਲ ਜਾਣਗੇ। B ਪੁਆਇੰਟ ਜਿਹੜੀ ਇੱਥੇ ਗੱਲ ਕਰਦਾ, ਡਾਊਨਲੋਡਿੰਗ ਦਾ ਕੁਐਸਚਨ ਪੇਪਰ ਇਜ਼ ਸਟੂਡੈਂਟਸ ਰਿਸਪੋਂਸੀਬਿਲਿਟੀ। ਤਾਂ ਕੋਈ ਵੀ ਕੁਐਸਚਨ ਪੇਪਰ ਤੁਹਾਨੂੰ ਕਿਤੇ ਪਰਸਨਲੀ ਸੈਂਡ ਨਹੀਂ ਕੀਤਾ ਜਾਊਗਾ, ਤੁਹਾਨੂੰ ਇੱਥੇ ਹੀ ਜਾ ਕੇ ਇਹਨਾਂ ਦੋਨਾਂ ਸਾਈਟਸ 'ਤੇ ਜਾ ਕੇ ਜਿਹੜਾ ਹੈਗਾ ਆਪਣਾ ਜਿਹੜਾ ਹੈ ਉੱਥੋਂ ਕੁਐਸਚਨ ਪੇਪਰ ਡਾਊਨਲੋਡ ਕਰਨਾ। ਇਹ ਨਹੀਂ ਹੈ ਕਿ ਤੁਹਾਨੂੰ ਕੁਐਸਚਨ ਪੇਪਰ ਖੁਦ ਤੋਂ ਸੈਂਡ ਕੀਤਾ ਜਾਊਗਾ, ਪੇਪਰ ਡਾਊਨਲੋਡ ਕਰਨਾ ਇਹ ਤੁਹਾਡੀ ਆਪਣੀ ਰਿਸਪੋਂਸੀਬਿਲਿਟੀ ਹੋਏਗੀ। C ਪੁਆਇੰਟ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਕੁਐਸਚਨ ਪੇਪਰ ਵਿਲ ਬੀ ਅਵੇਲੇਬਲ ਫॉर द ਡਿਫਰੈਂਟ ਟਾਈਮ ਸਲੋਟਸ ਇਨ ਦ ਮੈਨਰ। ਤਾਂ ਜਿਹੜਾ ਕੁਐਸਚਨ ਪੇਪਰ ਅਲੱਗ-ਅਲੱਗ ਟਾਈਮ ਸਲੋਟ ਦੇ ਵਿੱਚ ਡਿਫਰੈਂਟ ਆਏਗਾ। ਦੇਖੋ ਉਹਨਾਂ ਨੇ ਕਿਹਾ ਕਿ 9:30 ਤੋਂ 12:30 ਵਾਲਾ ਜਿਹੜਾ ਪੇਪਰ ਹੈਗਾ ਟਾਈਮ ਸਲੋਟ ਹੈਗਾ ਸੁਬਾਹ ਵਾਲਾ, ਕੁਐਸਚਨ ਪੇਪਰ ਤੁਸੀਂ ਕਦੋਂ ਡਾਊਨਲੋਡ ਕਰ ਸਕਦੇ ਹੋ, 9:10 'ਤੇ ਤੁਸੀਂ ਆਪਣਾ ਕੁਐਸਚਨ ਪੇਪਰ ਜਿਹੜਾ ਉਹ ਡਾਊਨਲੋਡ ਕਰ ਸਕਦੇ ਹੋ। ਕਿਉਂਕਿ 9:30 ਵਜੇ ਦਾ ਪੇਪਰ ਹੀ ਸ਼ੁਰੂ ਹੋ ਜਾਏਗਾ ਤਾਂ ਕੁਐਸਚਨ ਪੇਪਰ ਤੁਹਾਨੂੰ 9:10 'ਤੇ ਮਿਲ ਜਾਏਗਾ ਅਤੇ 12:30 ਵਜੇ ਤੱਕ ਉਹ ਕੁਐਸਚਨ ਪੇਪਰ ਰਹੇਗਾ। ਉਸ ਤੋਂ ਬਾਅਦ ਉਹ ਲਿੰਕ ਜਿਹੜਾ ਹੈਗਾ ਡੀਐਕਟੀਵੇਟ ਕਰ ਦਿੱਤਾ ਜਾਊਗਾ। 12:30 ਵਜੇ ਤੋਂ ਬਾਅਦ ਤੁਹਾਨੂੰ ਆਪਣਾ ਕੁਐਸਚਨ ਪੇਪਰ ਦੇਖਣ ਨੂੰ ਉੱਥੇ ਨਹੀਂ ਮਿਲੇਗਾ। ਤੁਸੀਂ ਇੱਕ ਵਾਰ ਡਾਊਨਲੋਡ ਕਰ ਲੈਣਾ, 9:10 'ਤੇ ਕੁਐਸਚਨ ਪੇਪਰ ਅਪਲੋਡ ਹੋ ਜਾਣਗੇ, ਉਸੇ ਟਾਈਮ ਆਪਣਾ ਜਿਹੜਾ ਕੁਐਸਚਨ ਪੇਪਰ ਆ ਉਹ ਡਾਊਨਲੋਡ ਕਰ ਦੇਣਾ। ਬਾਅਦ ਦੇ ਵਿੱਚ ਉਹ ਲਿੰਕ ਜਿਹੜੇ ਹੈ ਡੀਐਕਟੀਵੇਟ ਕਰ ਦਿੱਤੇ ਜਾਣਗੇ। ਇਸੇ ਤਰ੍ਹਾਂ 1:30 ਤੋਂ 4:30 ਵਜੇ ਵਾਲਾ ਜਿਹੜਾ ਟਾਈਮ ਸਲੋਟ ਹੈ ਉਹਦਾ ਕੁਐਸਚਨ ਪੇਪਰ ਤੁਹਾਨੂੰ 1:10 'ਤੇ ਮਿਲ ਜਾਏਗਾ ਅਤੇ 4:30 ਵਜੇ ਤੱਕ ਉਹ ਲਿੰਕ ਉੱਥੇ ਅਵੇਲੇਬਲ ਹੋਏਗਾ। ਉਸ ਤੋਂ ਬਾਅਦ 6th ਪੁਆਇੰਟ ਇੱਥੇ ਆ ਜਾਂਦਾ ਅਟੈਂਪਟਿੰਗ ਦਾ ਕੁਐਸਚਨ ਪੇਪਰ। ਸਭ ਤੋਂ ਇੰਪੋਰਟੈਂਟ ਪੁਆਇੰਟ ਜਿਹੜਾ ਹੈਗਾ ਕੁਐਸਚਨ ਪੇਪਰ ਕਿਵੇਂ ਅਟੈਂਪਟ ਕਰਨਾ ਹੈ। ਦੇਖੋ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਐਗਜ਼ਾਮਸ ਹੋਏ ਸੀਗੇ ਲਾਸਟ ਸਮੈਸਟਰ ਔਰ ਈਅਰ ਦੇ ਜਿਹੜੇ ਐਗਜ਼ਾਮਸ ਹੋਏ ਸੀ ਸੈਪਟੰਬਰ ਦੇ ਵਿੱਚ, ਉਦੋਂ 50% ਦੀ ਇੱਥੇ ਰੱਖੀ ਗਈ ਸੀ ਕਿ 50% ਆਫ ਨੰਬਰ ਆਫ ਕੁਐਸਚਨਸ ਜਿਹੜੇ ਹੈਗੇ ਬੱਚੇ ਨੇ ਅਟੈਂਪਟ ਕਰਨੇ ਆ। ਲੇਕਿਨ ਉਹ ਫਿਰ ਚੀਜ਼ ਜਿਹੜੀ ਹੈ ਇਸ ਵਾਰ ਜਿਹੜੇ ਹੁਣ ਰੀਪੇਅਰ ਦੇ ਜਿਹੜੇ ਐਗਜ਼ਾਮਸ ਹੋਏ ਆ ਉਹਦੇ ਵਿੱਚ ਉਹ ਚੀਜ਼ ਚੇਂਜ ਕਰ ਦਿੱਤੀ ਗਈ ਸੀ। ਤਾਂ ਉਦੋਂ ਜਿਹੜੀ ਹੈਗੀ ਉਹ ਇੰਸਟਰਕਸ਼ਨਸ ਉਹਦੇ ਦਿੱਤੀਆਂ ਗਈਆਂ ਸੀ ਕਿ ਤੁਹਾਨੂੰ ਕੋਈ ਵੀ 50% ਵਾਲਾ ਰੂਲ ਜਿਹੜਾ ਅਪਲਾਈ ਨਹੀਂ ਕਰਨਾ ਹੈਗਾ। ਨਵਾਂ ਰੂਲ ਜਾਰੀ ਕਰ ਦਿੱਤਾ ਯੂਨੀਵਰਸਿਟੀ ਨੇ, ਔਰ ਇਸ ਵਾਲੇ ਜਿਹੜੇ 15 ਫਰਵਰੀ ਤੋਂ ਐਗਜ਼ਾਮਸ ਹੋ ਰਹੇ ਇਹਦੇ ਵਿੱਚ ਵੀ ਇਹ ਨਵਾਂ ਰੂਲ ਹੀ ਹੈ ਜਿਹੜਾ ਉਹ ਲੱਗੇਗਾ। ਹੁਣ ਉਹ ਨਵਾਂ ਰੂਲ ਕੀ ਹੈ? ਨਵਾਂ ਰੂਲ ਤੁਹਾਨੂੰ ਕਹਿੰਦਾ ਹੈ ਕਿ ਤੁਹਾਨੂੰ 50% ਵਾਲਾ ਕੋਈ ਰੂਲ ਜਿਹੜਾ ਹੈਗਾ ਉਹ ਨਹੀਂ ਯੂਜ਼ ਕਰਨਾ, ਕੋਈ ਵੀ ਚੀਜ਼ 50% ਕਰਕੇ ਨਹੀਂ ਕਰਨੀ। ਤੁਹਾਡੇ ਸਾਹਮਣੇ ਜਿਹੜਾ ਕੁਐਸਚਨ ਪੇਪਰ ਆਊਗਾ ਉਸ ਕੁਐਸਚਨ ਪੇਪਰ 'ਤੇ ਜਿਵੇਂ ਜਿਵੇਂ ਇੰਸਟਰਕਸ਼ਨਸ ਲਿਖੀਆਂ ਹੋਣਗੀਆਂ, ਕਿਸੇ ਵੀ ਕੁਐਸਚਨ ਨੂੰ ਕਰਨ ਲਈ ਇੰਟਰਨਲ ਚੋਇਸ ਹੋਏਗੀ ਜਾਂ ਕੰਪਲਸਰੀ ਹੋਏਗਾ ਜਾਂ ਤੁਹਾਨੂੰ ਆਪਸ਼ਨ ਦਿੱਤੇ ਹੋਣਗੇ, ਤਾਂ ਤੁਹਾਨੂੰ ਬਿਲਕੁਲ ਉਸੇ ਤਰ੍ਹਾਂ ਹੀ ਉਸ ਪੇਪਰ ਨੂੰ ਹੱਲ ਕਰਨਾ ਹੈ। ਦੇਖੋ ਦ ਇੰਸਟਰਕਸ਼ਨਸ ਗਿਵਨ ਔਨ ਦਾ ਕੁਐਸਚਨ ਪੇਪਰ ਸ਼ੁੱਡ ਬੀ ਫੋਲੋਡ। ਤਾਂ ਕੁਐਸਚਨ ਪੇਪਰ ਦੇ ਉੱਤੇ ਜਿਵੇਂ ਜਿਵੇਂ ਹੁਣ ਤੱਕ ਹੁੰਦਾ ਸੀ, ਆਪਾਂ ਹੁਣ ਤੱਕ ਫਿਜ਼ੀਕਲ ਮੋਡ ਨਾਲ ਯਾਨੀ ਕਿ ਆਫਲਾਈਨ ਮੋਡ ਨਾਲ ਜਿਵੇਂ ਪੇਪਰ ਹੁੰਦੇ ਸੀ, ਸਾਡੇ ਸਾਹਮਣੇ ਕੁਐਸਚਨ ਪੇਪਰ ਆਉਂਦਾ ਸੀ, ਕੁਐਸਚਨ ਪੇਪਰ 'ਤੇ ਜੋ ਚੀਜ਼ ਜਿਵੇਂ ਜਿਵੇਂ ਲਿਖੀ ਹੁੰਦੀ ਸੀ ਅਸੀਂ ਉਸੇ ਤਰ੍ਹਾਂ ਉਸ ਕੁਐਸਚਨ ਪੇਪਰ ਨੂੰ ਹੱਲ ਕਰਦੇ ਸੀ। ਇੰਟਰਨਲ ਚੋਇਸ ਹੁੰਦੀ ਸੀ, ਆਪਾਂ ਉੱਥੇ ਇੰਟਰਨਲ ਚੋਇਸ ਮੰਨ ਕੇ ਪੇਪਰ ਕਰਦੇ ਸੀ। ਕੋਈ ਕੰਪਲਸਰੀ ਲਿਖਿਆ ਹੁੰਦਾ ਸੀ ਤਾਂ ਆਪਾਂ ਸਾਰੇ ਕੁਐਸਚਨ ਕੰਪਲਸਰੀ ਤੌਰ 'ਤੇ ਕਰਦੇ ਸੀ। ਕਿਸੇ ਆਪਸ਼ਨ ਦਿੱਤੀ ਹੁੰਦੀ ਸੀ ਵੀ 6 'ਚੋਂ ਕੋਈ 4 ਕੁਐਸਚਨ ਕਰਨੇ ਤਾਂ ਆਪਾਂ ਕੋਈ ਵੀ 4 ਕਰਦੇ ਸੀ। ਤਾਂ ਉਸੇ ਤਰ੍ਹਾਂ ਕੁਐਸਚਨ ਪੇਪਰ ਦੇ ਜੋ ਇੰਸਟਰਕਸ਼ਨਸ ਲਿਖੀਆਂ ਹੋਏ ਨੇ ਐਜ਼ ਇਟ ਇਜ਼ ਫੋਲੋ ਕਰਨੀਆਂ ਨੇ। ਸਾਰਾ ਕੁਐਸਚਨ ਪੇਪਰ ਹੱਲ ਕਰਨਾ ਹੈਗਾ। ਕੋਈ ਵੀ ਸੈਪਰੇਟ ਜਿਹੜੀ ਇੰਸਟਰਕਸ਼ਨ ਹੈ ਇਸ ਦੇ ਰਿਲੇਟਿਡ ਨਹੀਂ ਦਿੱਤੀ ਜਾਏਗੀ। ਕੋਈ ਵੀ ਸੈਪਰੇਟ ਕੋਈ 50% ਵਾਲਾ ਜਾਂ ਕੋਈ ਹੋਰ ਰੂਲ ਜਿਹੜਾ ਹੈਗਾ ਉਹ ਨਹੀਂ ਅਪਲਾਈ ਹੋਏਗਾ। ਜਿਵੇਂ ਤੁਹਾਡੇ ਸਾਹਮਣੇ ਕੁਐਸਚਨ ਪੇਪਰ ਆਏਗਾ, ਤੁਹਾਨੂੰ ਕੁਐਸਚਨ ਪੇਪਰ ਦੇ ਉੱਤੇ ਜੋ ਇੰਸਟਰਕਸ਼ਨਸ ਨੇ ਉਸੇ ਨੂੰ ਫੋਲੋ ਕਰਨੀਆਂ ਨੇ। ਨਾਲ ਹੀ ਇੱਥੇ B ਪੁਆਇੰਟ ਦਿੱਤਾ ਹੋਇਆ ਡਿਊਰੇਸ਼ਨ ਆਫ ਦਾ ਪੇਪਰ ਇਜ਼ ਟੂ ਬੀ ਕੰਸੀਡਰਡ ਐਜ਼ ਰਿਟਨ ਔਨ ਦਾ ਕੁਐਸਚਨ ਪੇਪਰ। ਤਾਂ ਕੁਐਸਚਨ ਪੇਪਰ ਦਾ ਟਾਈਮ ਤੁਹਾਡਾ 2, 2.5, 3 ਕਿੰਨੇ ਘੰਟੇ ਦਾ ਹੋਏਗਾ ਇਹ ਤੁਹਾਡੇ ਕੁਐਸਚਨ ਪੇਪਰ ਦੇ ਉੱਪਰ ਹੀ ਜਿਹੜਾ ਉਹ ਲਿਖਿਆ ਹੋਏਗਾ। ਤਾਂ ਆਈ ਹੋਪ ਤੁਹਾਨੂੰ ਪਹਿਲੇ 2 ਪੁਆਇੰਟ ਬਹੁਤ ਅੱਛੀ ਤਰੀਕੇ ਨਾਲ ਕਲੀਅਰ ਹੋ ਗਏ ਹੋਣਗੇ। ਬਹੁਤ ਜ਼ਰੂਰੀ ਪੁਆਇੰਟ ਹੈ ਇਹ। ਜੇ ਫਿਰ ਵੀ ਕੋਈ ਕੁਐਰੀ ਹੈਗੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। C ਪੁਆਇੰਟ ਦੀ ਗੱਲ ਕਰ ਲੈਂਦੇ ਹਾਂ। ਨੰਬਰ ਆਫ ਕੁਐਸਚਨਸ ਟੂ ਬੀ ਅਟੈਂਪਟਡ ਸ਼ੁੱਡ ਸਟ੍ਰਿਕਟਲੀ ਬੀ ਅਕੋਰਡਿੰਗ ਟੂ ਦਾ ਇੰਸਟਰਕਸ਼ਨਸ ਗਿਵਨ ਇਨ ਦਾ ਕੁਐਸਚਨ ਪੇਪਰ। ਦੇਖੋ ਹੁਣ ਕੋਈ ਤੁਹਾਨੂੰ ਇੱਦਾਂ ਨਹੀਂ ਹੈ ਕਿ ਤੁਹਾਨੂੰ 50% ਕਰਨਾ ਹੈ ਜਾਂ ਕਿੰਨੇ ਕਰਨੇ ਆ, ਤੁਹਾਨੂੰ ਉਨੇ ਹੀ ਕੁਐਸਚਨ ਕਰਨੇ ਆ ਜਿੰਨੇ ਕੁਐਸਚਨ ਪੇਪਰ ਦੇ ਉੱਤੇ ਜੋ ਵੀ ਇੰਸਟਰਕਸ਼ਨਸ ਹੈਗੀਆਂ ਨੇ ਉਹਦੇ ਅਕੋਰਡਿੰਗ ਹੀ ਸਾਰੇ ਪੇਪਰ ਕੁਐਸਚਨ ਹੈ ਜੋ ਸੋਲਵ ਕਰਨੇ ਆ।
ਬਾਅਦ ਆਪਾਂ ਦੇਖਦੇ ਹਾਂ 7ਵਾਂ ਪੁਆਇੰਟ ਆਪਾਂ ਨੂੰ ਦੱਸਦਾ A4 ਸਾਈਜ਼ ਸ਼ੀਟਸ ਦੇ ਲਈ ਪ੍ਰੈਫਰੇਬਲੀ ਲਾਈਨ ਮਤਲਬ ਪ੍ਰੈਫਰੇਬਲੀ ਲਿਖਿਆ ਹੋਇਆ ਕਿ ਤੁਸੀਂ ਲਾਈਨਿੰਗ ਵਾਲੀ ਸ਼ੀਟਸ ਲੈ ਲਓ, ਬਟ ਤੁਸੀਂ ਕੋਈ ਵੀ ਲੈ ਸਕਦੇ ਹੋ ਫॉर ਰਾਈਟਿੰਗ ਦਾ ਆਨਸਰਸ। ਫਸਟ ਪੁਆਇੰਟ ਇਹਦੇ ਵਿੱਚ ਲਿਖਿਆ ਹੋਇਆ ਅੰਡਰ ਗ੍ਰੈਜੂਏਟ ਸਟੂਡੈਂਟਸ ਜਿਹੜੇ ਹੈਗੇ ਨੇ ਉਹ 20 A4 ਸ਼ੀਟਸ ਜਿਹੜੀਆਂ ਨੇ ਲੈ ਸਕਦੇ ਨੇ। ਅੰਡਰ ਗ੍ਰੈਜੂਏਟ ਯਾਨੀ ਕਿ UG ਵਾਲੇ ਜਿੰਨੇ ਵੀ BCom BA BSc ਇੱਦਾਂ ਦੇ ਕੋਰਸਿਸ ਹੈਗੇ ਆ ਉਹਨੂੰ 20 ਜਿਹੜੇ ਹੈਗੇ A4 ਸਾਈਜ਼ ਸ਼ੀਟਸ ਲੈ ਸਕਦੇ ਆ। ਅਤੇ ਪੋਸਟ ਗ੍ਰੈਜੂਏਟ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਉਹ 24 ਸ਼ੀਟਸ A4 ਸ਼ੀਟਸ ਜਿਹੜੀਆਂ ਇੱਥੇ ਲੈ ਸਕਦੇ ਆ। ਮੈਂ ਫਿਰ ਤੋਂ ਦੱਸ ਦੇਵਾਂ, ਜਿਹੜੇ ਅੰਡਰ ਗ੍ਰੈਜੂਏਟ ਸਟੂਡੈਂਟਸ ਹੈਗੇ ਆ ਉਹ 20 A4 ਸ਼ੀਟਾਂ ਲੈ ਸਕਦੇ ਨੇ, ਅਤੇ ਜਿਹੜੇ ਪੋਸਟ ਗ੍ਰੈਜੂਏਟ ਹੈਗੇ ਆ ਉਹ 24 A4 ਸ਼ੀਟਸ ਜਿਹੜੀਆਂ ਇੱਥੇ ਲੈ ਸਕਦੇ ਆ। ਓਨਲੀ ਵਨ ਸਾਈਡ ਆਫ ਦਾ ਸ਼ੀਟ ਸ਼ੁੱਡ ਬੀ ਯੂਜ਼ਡ ਫॉर ਰਾਈਟਿੰਗ ਦਾ ਆਨਸਰ। ਤਾਂ ਤੁਸੀਂ ਆਨਸਰ ਜਿਹੜਾ ਹੈਗਾ ਸ਼ੀਟ 'ਤੇ ਇੱਕ ਪਾਸੇ ਹੀ ਲਿਖਣਾ ਹੈ। 20 ਸ਼ੀਟਾਂ ਅੰਡਰ ਗ੍ਰੈਜੂਏਟ ਵਾਲੇ ਲੈ ਸਕਦੇ ਆ, 24 ਪੋਸਟ ਗ੍ਰੈਜੂਏਟ ਵਾਲੇ। ਸ਼ੀਟਾਂ ਤੁਸੀਂ ਲਾਈਨਿੰਗ ਲੈ ਸਕਦੇ ਹੋ, ਦੂਜੀ ਵੀ ਲੈ ਸਕਦੇ ਹੋ, ਪ੍ਰੈਫਰੇਬਲੀ ਵੀ ਤੁਸੀਂ ਲਾਈਨਾਂ ਵਾਲੀ ਲੈ ਲਓ, ਅਤੇ ਤੁਸੀਂ ਇੱਕ ਪਾਸੇ ਹੀ ਉਸਨੂੰ ਲਿਖਣਾ ਹੈ, ਦੂਜੇ ਪਾਸੇ ਸ਼ੀਟ 'ਤੇ ਨਹੀਂ ਲਿਖਣਾ। B ਪੁਆਇੰਟ ਇਹਦੇ ਵਿੱਚ ਕਹਿੰਦਾ ਕਿ ਦ ਕੈਂਡੀਡੇਟਸ ਆਰ ਐਡਵਾਈਜ਼ ਟੂ ਰਾਈਟ ਦਾ ਆਨਸਰਸ ਪ੍ਰੀਸਾਈਜ਼ਲੀ ਐਂਡ ਅਟੈਂਪਟ ਦਾ ਕੁਐਸਚਨ ਪੇਪਰ ਨੋਟ ਐਕਸੀਡਿੰਗ ਦਾ ਪੇਜ ਲਿਮਿਟ। ਤਾਂ ਜਿਹੜੀ ਇੱਥੇ ਪੇਜ ਲਿਮਿਟ ਦਿੱਤੀ ਹੋਈ ਹੈ 20 ਅਤੇ 24, ਤਾਂ ਤੁਹਾਨੂੰ ਉਨੀਆਂ ਹੀ ਪੇਜ ਲੈਣੇ, ਇਸ ਤੋਂ ਵੱਧ ਪੇਜ ਜਿਹੜੇ ਤੁਹਾਨੂੰ ਇੱਥੇ ਨਹੀਂ ਲੈਣੇ। C ਪੁਆਇੰਟ ਆਪਾਂ ਨੂੰ ਕਹਿੰਦਾ ਦ ਕੈਂਡੀਡੇਟ ਆਰ ਰਿਕੁਆਇਰਡ ਟੂ ਰਾਈਟ ਦਾ ਫੋਲੋਇੰਗ ਡਿਟੇਲਸ ਔਨ ਦਾ ਫਸਟ ਪੇਜ ਆਫ ਦ ਆਨਸਰ ਸ਼ੀਟ। ਤਾਂ ਤੁਸੀਂ ਆਪਣੇ ਆਨਸਰ ਸ਼ੀਟ ਦੇ ਪਹਿਲੇ ਪੇਜ 'ਤੇ ਆ ਸਾਰਾ ਜਿਹੜਾ ਇੱਥੇ ਫੋਰਮੈਟ ਦਿੱਤਾ ਹੋਇਆ, ਇਸ ਫੋਰਮੈਟ ਨੂੰ ਉਸ ਪੇਜ 'ਤੇ ਤੁਹਾਨੂੰ ਇਸੇ ਤਰ੍ਹਾਂ ਲਗਾਉਣਾ ਅਤੇ ਪੂਰਾ ਇਸ ਨੂੰ ਫਿਲ ਕਰਨਾ ਆਪਣੇ ਫਸਟ ਪੇਜ 'ਤੇ। ਹਰ ਇੱਕ ਪੇਪਰ ਦੇ ਫਸਟ ਪੇਜ 'ਤੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਮੈਂਸ਼ਨ ਕਰੋਗੇ। ਯੂਨੀਵਰਸਿਟੀ ਦਾ ਰੋਲ ਨੰਬਰ ਇਨ ਫਿਗਰਸ ਇਨ ਵਰਡਸ, ਦੈਨ ਨੇਮ ਆਫ ਦਾ ਸਟੂਡੈਂਟ, ਦੈਨ ਸੈਕਿੰਡ ਨੰਬਰ ਜਿਹੜਾ ਹੈਗਾ ਇਹਦੇ ਵਿੱਚ ਨੇਮ ਆਫ ਦਾ ਸਟੂਡੈਂਟ ਹੋ ਹੀ ਚੁੱਕਿਆ, 3rd ਕਲਾਸ। 4th ਜਿਹੜਾ ਹੈਗਾ ਸਮੈਸਟਰ ਤੁਸੀਂ ਫਿਲ ਕਰੋਗੇ। 5th ਨੇਮ ਆਫ ਦਾ ਪੇਪਰ। 6th ਸਬਜੈਕਟ ਕੋਡ ਜਿਹੜਾ ਇੱਥੇ ਫਿਲ ਕਰੋਗੇ। 7th ਐਗਜ਼ਾਮ ਕੋਡ ਆਫ ਪੇਪਰ ਇੱਥੇ ਫਿਲ ਕਰੋਗੇ। ਦੈਨ ਉਸ ਤੋਂ ਬਾਅਦ ਤੁਸੀਂ ਇੱਥੇ ਜਿਹੜਾ ਹੈ ਟੋਟਲ ਨੰਬਰ ਆਫ ਪੇਜਿਸ ਰਿਟਨ ਜਿਹੜੇ ਹੈਗੇ ਤੁਹਾਨੂੰ ਕਿੰਨੇ ਪੇਜ ਲਗਾਏ ਆ ਭਰੇ ਆ ਇਹਦੇ ਵਿੱਚ, ਉਹ ਤੁਸੀਂ ਇਹਦੇ ਵਿੱਚ ਇੱਥੇ ਕਰੋਗੇ, ਅਤੇ ਡੇਟ ਆਫ ਐਗਜ਼ਾਮ ਜਿਹੜਾ ਇੱਥੇ ਫਿਲ ਕਰੋਗੇ। ਜਿਹੜੀ ਅੰਡਰਟੇਕਿੰਗ ਹੈਗੀ ਤੁਸੀਂ ਇੱਥੇ ਉਹ ਇਸੇ ਤਰ੍ਹਾਂ ਫਿਲ ਕਰੋਗੇ। ਉਸ ਤੋਂ ਬਾਅਦ ਲਾਸਟ ਦੇ ਵਿੱਚ ਆਪਣੇ ਸਿਗਨੇਚਰ ਕਰੋਗੇ। ਅਤੇ ਇਹ ਜਿਹੜਾ ਫੋਰਮੈਟ ਹੈ ਹਰ ਇੱਕ ਪੇਪਰ ਦੇ ਫਸਟ ਪੇਜ 'ਤੇ ਤੁਹਾਨੂੰ ਇਸੇ ਤਰ੍ਹਾਂ ਹੀ ਬਣਾਉਣਾ ਔਰ ਸਭ ਇੱਥੇ ਫਿਲ ਵੀ ਕਰਨਾ ਹੈ। ਇਸ ਤੋਂ ਬਾਅਦ 8ਵਾਂ ਪੁਆਇੰਟ ਕਹਿੰਦਾ ਦ ਕੈਂਡੀਡੇਟ ਮਸਟ ਅਟੈਂਪਟ ਦਾ ਪੇਪਰ ਵਿਦ ਬਲੂ ਬੋਲ ਪੁਆਇੰਟ ਪੈਨ। ਤਾਂ ਬਲੂ ਪੈਨ ਨਾਲ ਹੀ ਤੁਸੀਂ ਇਸਨੂੰ ਬੋਲ ਪੁਆਇੰਟ ਪੈਨ ਨਾਲ ਇਸਨੂੰ ਪੇਪਰ ਨੂੰ ਸੋਲਵ ਕਰਨਾ ਹੈ। 9th ਪੁਆਇੰਟ ਆਪਾਂ ਨੂੰ ਕਹਿੰਦਾ ਸਬਮਿਸ਼ਨ ਆਫ ਦਾ ਆਨਸਰ ਸ਼ੀਟਸ। ਇੱਕ ਹੋਰ ਇੰਪੋਰਟੈਂਟ ਪੁਆਇੰਟ ਆ ਗਿਆ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਆਨਸਰ ਸ਼ੀਟ ਨੂੰ ਸਬਮਿਟ ਕਰਨਾ, ਜਿਹੜਾ ਕਿ ਹਮੇਸ਼ਾ ਹੀ ਕੁਐਰੀ ਦੇ ਵਿੱਚ ਬਣਿਆ ਰਹਿੰਦਾ। ਤਾਂ ਇਸਨੂੰ ਧਿਆਨ ਨਾਲ ਸੁਣਨਾ ਇਸ ਪੁਆਇੰਟ ਨੂੰ। ਸਬਮਿਸ਼ਨ ਆਫ ਦਾ ਆਨਸਰ ਸ਼ੀਟਸ, ਦੇਖੋ ਇਹ ਪਾਰਟ ਇਹਦੇ ਵਿੱਚ ਕੀ ਲਿਖਿਆ ਹੋਇਆ ਫॉर ਰੈਗੂਲਰ ਸਟੂਡੈਂਟਸ ਲਈ ਹੈ। ਪਹਿਲੀ ਗੱਲ ਤਾਂ ਇਹ ਪਾਰਟ ਕਿਹਦੇ ਲਈ ਹੈ, ਰੈਗੂਲਰ ਸਟੂਡੈਂਟਸ ਲਈ ਹੈ। ਅਤੇ ਇਨ ਬੋਥ ਮੋਰਨਿੰਗ ਐਂਡ ਈਵਨਿੰਗ ਸਲੋਟ ਬਾਰੇ ਇਹਦੇ ਵਿੱਚ ਗੱਲ ਕੀਤੀ ਜਾਏਗੀ। ਪੜ੍ਹਦੇ ਹਾਂ ਇਸਨੂੰ ਡਿਟੇਲ ਦੇ ਵਿੱਚ। ਹਾਂਜੀ, ਤਾਂ ਕਾਲਜ ਸਟੂਡੈਂਟ ਆਰ ਰਿਕੁਆਇਰਡ ਟੂ ਈਦਰ ਈਮੇਲ ਔਰ ਅਪਲੋਡ ਦਾ ਆਨਸਰ ਸ਼ੀਟ ਟੂ ਦਾ ਈਮੇਲ ID ਔਰ ਪੋਰਟਲ ਗਿਵਨ ਬਾਈ ਕਾਲਜ ਡਿਪਾਰਟਮੈਂਟ ਰੀਜਨਲ ਸੈਂਟਰਸ ਔਰ ਸਬਮਿਟ। ਦੇਖੋ ਇੱਥੇ ਤੱਕ ਅਗਰ ਮੈਂ ਗੱਲ ਕਰਾਂ ਤਾਂ ਜਿਹੜੇ ਵੀ ਰੈਗੂਲਰ ਸਟੂਡੈਂਟਸ ਆ ਉਹਨਾਂ ਨੂੰ ਆਪਣੇ ਕਾਲਜ ਵੱਲੋਂ, ਆਪਣੇ ਡਿਪਾਰਟਮੈਂਟ ਵੱਲੋਂ ਜਿਹੜੀ ਵੀ ਈਮੇਲ ID ਪ੍ਰੋਵਾਈਡ ਕੀਤੀ ਜਾਏਗੀ, ਕਾਲਜ ਵਾਲੇ ਤੁਹਾਨੂੰ ਖੁਦ ਕਰਨਗੇ, ਰੈਗੂਲਰ ਵਾਲੇ ਸਟੂਡੈਂਟਸ ਨੂੰ ਈਮੇਲ ID ਪ੍ਰੋਵਾਈਡ ਕਰਨਗੇ। ਤੁਸੀਂ ਉਸ ਈਮੇਲ 'ਤੇ ਆਪਣੀ ਆਨਸਰ ਸ਼ੀਟ ਦੀ PDF ਬਣਾ ਕੇ ਉਸ ਈਮੇਲ 'ਤੇ ਆਪਣੀ ਜਿਹੜੀ ਆਨਸਰ ਸ਼ੀਟਸ ਹੈ ਉਹਦੀ PDF ਸੈਂਡ ਕਰਨੀ ਹੈ। ਔਰ ਇਸ ਤੋਂ ਇਲਾਵਾ ਸਬਮਿਟ ਦਾ ਹਾਰਡ ਕਾਪੀ ਆਫ ਆਨਸਰ ਸ਼ੀਟ ਇਨ ਪਰਸਨ ਟੂ ਦਾ ਕਾਲਜ। ਜਾਂ ਤੁਸੀਂ ਆਪਣੇ ਕਾਲਜ ਨੂੰ ਆਪਣੀਆਂ ਆਨਸਰ ਸ਼ੀਟਸ ਜਿਹੜੀਆਂ ਨੇ ਉੱਥੇ ਜਾ ਕੇ ਉਹ ਸਬਮਿਟ ਵੀ ਕਰਵਾ ਸਕਦੇ ਹੋ, ਹਾਰਡ ਕਾਪੀ ਪ੍ਰੋਵਾਈਡ ਕਰਵਾ ਸਕਦੇ ਹੋ, ਜਾਂ ਕਾਲਜ ਵੱਲੋਂ ਜਿਹੜੀ ਈਮੇਲ ਪ੍ਰੋਵਾਈਡ ਕਰਦੇ ਆ ਤੁਸੀਂ ਉੱਥੇ ਆਪਣੀਆਂ ਆਨਸਰ ਸ਼ੀਟ ਦੀ PDF ਬਣਾ ਕੇ ਉੱਥੇ ਅਪਲੋਡ ਕਰਨੀ ਹੈ। ਸਬਮਿਸ਼ਨ ਆਫ ਆਨਸਰ ਸ਼ੀਟ ਥਰੂ ਬੋਥ ਵੇਜ਼ ਇਜ਼ ਨੋਟ ਪਰਮਿਟਡ। ਤੁਸੀਂ ਦੋਨੋਂ ਹੀ ਤਰੀਕੇ ਨਾਲ ਸਬਮਿਟ ਕਰੋ, ਕਿ ਤੁਸੀਂ ਈਮੇਲ ID 'ਤੇ ਵੀ ਤੁਸੀਂ ਜਿਹੜਾ ਹੈਗਾ ਅਪਲੋਡ ਕਰੋ ਅਤੇ ਉੱਥੇ ਕਾਲਜ 'ਤੇ ਵੀ ਜਾ ਕੇ ਦੇਖਿਓ। ਤਾਂ ਇਹ ਦੋਨੋਂ ਚੀਜ਼ਾਂ ਜ਼ਰੂਰੀ ਨਹੀਂ, ਤੁਸੀਂ ਕੋਈ ਵੀ ਇੱਕ ਚੀਜ਼ ਜਿਹੜੀ ਇੱਥੇ ਕਰ ਸਕਦੇ ਹੋ। The candidate should opt either of the ways. Submission of answer sheet for papers conducted in morning slot should be done through the physical mode of the submission by 3 PM। ਇਸ ਪੁਆਇੰਟ ਦੇ ਵਿੱਚ ਕੀ ਕਹਿ ਰਿਹਾ ਉਹ, ਸਬਮਿਸ਼ਨ ਆਫ ਆਨਸਰ ਸ਼ੀਟ ਆਫ ਫॉर ਪੇਪਰਸ ਕੰਡਕਟਡ ਇਨ ਮੋਰਨਿੰਗ ਸਲੋਟ, ਕਿ ਮੋਰਨਿੰਗ ਸਲੋਟ ਦੇ ਵਿੱਚ ਜਿਹੜੇ ਬੱਚੇ ਪੇਪਰ ਦੇਣਗੇ ਅਗਰ ਉਹ ਫਿਜ਼ੀਕਲ ਮੋਡ ਦੇ ਨਾਲ ਸਬਮਿਟ ਕਰਵਾ ਕੇ ਆਉਂਦੇ ਕਾਲਜ ਦੇ ਵਿੱਚ ਤਾਂ 3 ਵਜੇ ਤੱਕ ਉਹ ਆਪਣੀ ਪੇਪਰ ਜਿਹੜੇ ਹੈਗੇ ਸਬਮਿਟ ਕਰਵਾਉਣ ਕਾਲਜ ਦੇ ਵਿੱਚ। ਅਤੇ ਜਿਹੜੇ ਈਵਨਿੰਗ ਸਲੋਟ ਵਾਲੇ ਹੈਗੇ ਆ ਉਹ ਅਗਰ ਕਾਲਜ ਦੇ ਵਿੱਚ ਸਬਮਿਟ ਕਰਵਾ ਕੇ ਆਉਂਦੇ ਆ ਪੇਪਰ ਫਿਜ਼ੀਕਲ ਮੋਡ ਦੇ ਨਾਲ ਤਾਂ 7 ਵਜੇ ਤੱਕ ਹੈਗੇ ਆ ਉਹ ਪੇਪਰ ਆਪਣਾ ਸਬਮਿਟ ਕਰਵਾ ਦੇਣ ਔਨ ਦਾ ਸੇਮ ਡੇ ਆਫ ਐਗਜ਼ਾਮੀਨੇਸ਼ਨ। ਲਾਈਕ ਤੁਹਾਡਾ ਅੱਜ ਪੇਪਰ ਹੈਗਾ ਅਗਰ 15 ਫਰਵਰੀ ਨੂੰ, ਤਾਂ 15 ਫਰਵਰੀ ਦੇ ਦਿਨ ਹੀ ਤੁਸੀਂ ਉਹ ਚੀਜ਼ਾਂ ਆਪਣੇ ਜੋ ਆਨਸਰ ਸ਼ੀਟ ਆ ਉਹ ਸਬਮਿਟ ਕਰਵਾਓਗੇ। ਅਤੇ ਨਾਲ ਇੱਕ ਰਸੀਦ ਲਿਆਉਣਾ ਜੋ ਉੱਥੇ ਉਹ ਲਿਖ ਕੇ ਦਿੰਦੇ ਆ ਕਿ ਹਾਂ ਪੇਪਰ ਜਿਹੜੇ ਸਬਮਿਟ ਹੋ ਚੁੱਕੇ ਆ ਐਜ਼ ਅ ਪ੍ਰੂਫ। ਇਫ ਦਾ ਸਟੂਡੈਂਟ ਹੈਜ਼ ਓਪਟਡ ਔਨਲਾਈਨ ਮੋਡ ਫॉर ਸਬਮਿਸ਼ਨ, ਅਗਰ ਤੁਸੀਂ ਔਨਲਾਈਨ ਮੋਡ ਓਪਟ ਕਰਦੇ ਹੋ, ਲਾਈਕ ਤੁਸੀਂ ਈਮੇਲ ਦੇ ਉੱਤੇ ਆਨਸਰ ਸ਼ੀਟ ਨੂੰ ਅਪਲੋਡ ਕਰਨ ਵਾਲਾ ਮੋਡ ਜਿਹੜਾ ਹੈਗਾ ਉਹ ਚੂਜ਼ ਕਰ ਦਿਓ, ਤਾਂ ਕਿ ਕਿੰਨੇ ਵਜੇ ਤੱਕ ਤੁਸੀਂ ਆਪਣੀਆਂ ਜਿਹੜੀਆਂ ਆਨਸਰ ਸ਼ੀਟਸ ਅਪਲੋਡ ਕਰ ਸਕਦੇ ਹੋ। ਤਾਂ ਉਹਨਾਂ ਨੇ ਬੋਲਿਆ ਇਟ ਸ਼ੁੱਡ ਬੀ ਡਨ ਵਿਦਿਨ 90 ਮਿੰਟਸ ਆਫ ਕੰਪਲੀਸ਼ਨ ਆਫ ਦਾ ਪੇਪਰ ਇਨ ਬੋਥ ਦਾ ਮੋਰਨਿੰਗ ਐਂਡ ਈਵਨਿੰਗ ਸਲੋਟ। ਤਾਂ ਲਿਖਿਆ ਕਿ ਅਗਰ ਤੁਸੀਂ ਔਨਲਾਈਨ ਮੋਡ ਦੇ ਥਰੂ ਚੂਜ਼ ਕਰਦੇ ਹੋ ਪੇਪਰ ਸਬਮਿਟ ਕਰਵਾਉਣਾ ਆਪਣਾ, ਤਾਂ ਜਿਵੇਂ ਹੀ ਤੁਹਾਡਾ ਪੇਪਰ ਖਤਮ ਹੁੰਦਾ ਤੁਹਾਡਾ ਟਾਈਮ ਸਲੋਟ ਜਿਹੜਾ ਦਿੱਤਾ ਹੋਇਆ ਉਸ ਸਲੋਟ ਦੇ ਵਿੱਚ ਵਿਦਿਨ 90 ਮਿੰਟਸ, ਤਾਂ ਜਦੋਂ ਇਹ ਪੇਪਰ ਥੋੜ੍ਹਾ ਖਤਮ ਹੋਇਆ ਉਹ 90 ਮਿੰਟਸ ਦੇ ਅੰਦਰ ਅੰਦਰ ਤੁਸੀਂ ਆਪਣਾ ਜਿਹੜਾ ਪੇਪਰ ਹੈ ਉਹਦੀ PDF ਬਣਾ ਕੇ ਈਮੇਲ 'ਤੇ ਪਾ ਦਿਓ, ਇਸੇ ਮੋਰਨਿੰਗ ਸਲੋਟ ਲਈ ਵੀ ਅਤੇ ਈਵਨਿੰਗ ਸਲੋਟ
ਸਲੋਟ ਵੀ 90 ਮਿੰਟ ਦਾ ਜਿਹੜਾ ਉੱਥੇ ਟਾਈਮ ਹੈ ਉਹ ਦਿੱਤਾ ਜਾਏਗਾ। तो आई होप ਤੁਹਾਨੂੰ ਇਹ ਪੁਆਇੰਟ ਕਲੀਅਰ ਹੋ ਗਿਆ ਹੋਏਗਾ। ਰੈਗੂਲਰ ਵਾਲਿਆਂ ਲਈ ਗੱਲ ਸੀਗੀ ਇਹ ਸਾਰੀ ਕਿ ਰੈਗੂਲਰ ਵਾਲੇ ਬੱਚੇ ਜਾਂ ਤਾਂ ਆਪਣਾ ਕਾਲਜ ਵੱਲੋਂ ਦਿੱਤੀ ਗਈ ਈਮੇਲ 'ਤੇ ਜਿਹੜੀ ਆਪਣੀ ਆਂਸਰ ਸ਼ੀਟ ਨੂੰ ਅਪਲੋਡ ਕਰਨਗੇ ਜਾਂ ਫਿਰ ਉਹ ਕਾਲਜ ਦੇ ਵਿੱਚ ਜਾ ਕੇ ਸਬਮਿਟ ਕਰਾ ਸਕਦੇ ਆ। ਕੋਈ ਵੀ ਇੱਕ ਮੈਥਡ ਚੂਜ਼ ਕਰ ਸਕਦੇ ਆ। ਅਗਰ ਉਹ ਕਾਲਜ ਦੇ ਵਿੱਚ ਜਾ ਕੇ ਸਬਮਿਟ ਕਰਵਾਉਂਦੇ ਆ ਤਾਂ ਉਹ ਮਾਰਨਿੰਗ ਸਲੋਟ ਵਾਲੇ 3 ਵਜੇ ਤੱਕ ਕਰਾਉਣਗੇ ਅਤੇ ਈਵਨਿੰਗ ਸਲੋਟ ਵਾਲੇ ਸ਼ਾਮ ਨੂੰ 7 ਵਜੇ ਤੱਕ। ਅਗਰ ਤੁਸੀਂ ਔਨਲਾਈਨ ਮੋਡ ਜਿਹੜਾ ਹੈਗਾ ਉਹ ਓਪਟ ਕਰਦੇ ਹੋ ਤਾਂ 90 ਮਿੰਟ ਦੇ ਅੰਦਰ ਅੰਦਰ ਆਪਣੀ ਜਿਹੜੀ ਹੈਗੀ ਟਾਈਮ ਸਲੋਟ ਤੋਂ ਬਾਅਦ 90 ਮਿੰਟ ਦੇ ਅੰਦਰ ਅੰਦਰ ਆਪਣੀ ਜਿਹੜੀ ਤੁਹਾਡੇ ਆਂਸਰ ਸ਼ੀਟਸ ਹੈਗੀ ਉਹ ਅਪਲੋਡ ਕਰ ਦਿਓ। ਹੈਗਾ ਜੀ ਬੀ ਪੁਆਇੰਟ ਕਿੰਨਾ ਲਈ ਗੱਲ ਕੀਤੀ ਗਈ ਹੈ ਇਹ USOL ਤੇ ਪ੍ਰਾਈਵੇਟ ਸਟੂਡੈਂਟਸ ਅਪੀਅਰੈਂਸ ਇਨ ਬੋਥ ਮਾਰਨਿੰਗ ਈਵਨਿੰਗ ਸਲੋਟ। ਪ੍ਰਾਈਵੇਟ ਵਾਲੇ ਸਟੂਡੈਂਟਸ ਦੀ ਗੱਲ ਆ ਗਈ। ਹੁਣ ਬੀ ਪੁਆਇੰਟ ਇਸ ਨੂੰ ਧਿਆਨ ਨਾਲ ਸੁਣਨ। ਪ੍ਰਾਈਵੇਟ ਸਟੂਡੈਂਟ ਕੀ ਕੁਝ ਕਿਹਾ ਗਿਆ ਇਹਦੇ ਵਿੱਚ ਕਿ ਸਬਮਿਟਿੰਗ ਦਾ ਆਂਸਰ ਸ਼ੀਟ ਟੂ ਦ ਯੂਨੀਵਰਸਿਟੀ ਥਰੂ ਈਮੇਲ ਇਜ਼ ਨਾਟ ਪਰਮਿਟਡ ਫॉर ਪ੍ਰਾਈਵੇਟ ਸਟੂਡੈਂਟਸ ਔਰ USOL ਸਟੂਡੈਂਟਸ। ਤਾਂ ਇਹਨਾਂ ਲਈ ਜਿਹੜੀ ਹੈਗੀ ਹੈ ਕਿ ਤੁਸੀਂ ਈਮੇਲ 'ਤੇ ਸੈਂਡ ਕਰੋ ਇਹ ਤੁਹਾਡੇ ਲਈ ਸੁਵਿਧਾ ਅਵੇਲੇਬਲ ਨਹੀਂ ਹੈਗੀ। ਕਿਸੇ ਵੀ ਸਲੋਟ ਵਾਲਿਆਂ ਲਈ ਇੱਥੇ ਜਿਹੜੀ ਹੈਗੀ ਹੈ ਗੱਲ ਨਹੀਂ ਹੈ। ਪ੍ਰਾਈਵੇਟ ਵਾਲਿਆਂ ਨੇ ਜਿਹੜੀ ਹੈ ਈਮੇਲ 'ਤੇ ਨਹੀਂ ਸੈਂਡ ਕਰਨੀਆਂ। ਐਂਡ ਦੇ ਸ਼ੁੱਡ ਸਬਮਿਟ ਦੇਅਰ ਆਂਸਰ ਸ਼ੀਟ ਇਨ ਦਾ ਮੋਡਸ ਆਫ ਸਬਮਿਸ਼ਨ ਐਜ਼ ਗਿਵਨ ਬਿਲੋ। ਫਿਰ ਉਹ ਕਿਵੇਂ ਸੈਂਡ ਕਰਨਗੇ ਜੀ? ਉਹ ਨੀਚੇ ਦਿੱਤੇ ਹੋਏ ਮੋਡ ਦੇ ਅਕੋਰਡਿੰਗ ਸੈਂਡ ਕਰਨਗੇ। ਤਾਂ ਇੱਕ ਇੱਕ ਕਰਕੇ ਉਹਨਾਂ ਦਾ ਮੋਡ ਪੜ੍ਹਦੇ ਹਾਂ। ਪ੍ਰਾਈਵੇਟ ਵਾਲਿਆਂ ਨੇ ਈਮੇਲ ਨਹੀਂ ਕਰਨੀ। ਕਿਵੇਂ ਕਰਨੀ ਹੈ? ਸਭ ਤੋਂ ਪਹਿਲਾਂ ਗੱਲ ਚੱਲਦੀ ਹੈ ਮਾਰਨਿੰਗ ਸਲੋਟ ਵਾਲਿਆਂ ਦੀ। ਤਾਂ ਕੀ ਕਿਹਾ ਗਿਆ ਕਿ ਪ੍ਰਾਈਵੇਟ ਸਟੂਡੈਂਟਸ ਆਰ ਰਿਕੁਆਇਰਡ ਟੂ ਸਬਮਿਟ ਦਾ ਹਾਰਡ ਕਾਪੀ of the answer sheet through speed post or registered post to the address mentioned at point 9C। ਤਾਂ 9C ਦੇ ਵਿੱਚ ਆਪਾਂ ਦੇਖਾਂਗੇ ਅੱਗੇ ਇੱਕ ਐਡਰੈਸ ਦਿੱਤਾ ਹੋਇਆ ਆਪਾਂ ਨੂੰ। ਕਹਿੰਦੇ ਉਸ ਐਡਰੈਸ 'ਤੇ ਤੁਹਾਨੂੰ ਕੀ ਕਰਨਾ ਹੈ? ਮਾਰਨਿੰਗ ਸਲੋਟ ਵਾਲਿਆਂ ਨੇ ਆਪਣੀ ਸਪੀਡ ਪੋਸਟ ਜਾਂ ਰਜਿਸਟਰਡ ਪੋਸਟ ਕਰਾਉਣੀ ਹੈ ਬਾਈ 3 PM। ਤਾਂ 3 ਵਜੇ ਤੱਕ ਆਪਣੀ ਜਿਹੜੀ ਹੈਗੀ ਹੈ ਉਹ ਉਸੇ ਦਿਨ ਜਿਸ ਦਿਨ ਤੁਹਾਡਾ ਐਗਜ਼ਾਮ ਹੈ ਉਸੇ ਦਿਨ 3 ਵਜੇ ਤੱਕ ਤੁਸੀਂ ਆਪਣੀ ਸਪੀਡ ਪੋਸਟ ਜਾਂ ਰਜਿਸਟਰਡ ਪੋਸਟ ਜਿਹੜੀ ਹੈ ਯੂਨੀਵਰਸਿਟੀ ਨੂੰ ਕਰਵਾ ਦੇਣੀ ਹੈ। ਅਪਲੋਡਿੰਗ ਆਫ ਆਂਸਰ ਸ਼ੀਟ ਇਜ਼ ਨਾਟ ਅਲਾਉਡ ਫॉर ਮਾਰਨਿੰਗ ਸਲੋਟ। ਮਾਰਨਿੰਗ ਸਲੋਟ ਵਾਲੇ ਜਿਹੜੇ ਬੱਚੇ ਹੈਗੇ ਆ ਮਾਰਨਿੰਗ ਸਲੋਟ ਵਾਲੇ ਜਿੰਨੇ ਵੀ ਸਟੂਡੈਂਟ ਆ ਉਹ ਅਪਲੋਡ ਨਹੀਂ ਕਰ ਸਕਦੇ ਕਿਤੇ ਵੀ। ਕੋਈ ਵੀ ਈਮੇਲ ਉਹਨਾਂ ਲਈ ਨਹੀਂ ਹੋਏਗੀ ਕਿ ਉਹ ਆਪਣੀ ਈਮੇਲ 'ਤੇ ਜੋ ਵੀ ਆਂਸਰ ਸ਼ੀਟਸ ਅਪਲੋਡ ਨਹੀਂ ਕਰ ਸਕਦੇ। ਉਹਨਾਂ ਨੇ ਪੋਸਟ ਹੀ ਕਰਨੀ ਹੈ ਉਸੇ ਦਿਨ ਕਰਨੀ ਹੈ ਅਤੇ 3 ਵਜੇ ਤੱਕ ਕਰਨੀ ਹੈ। ਐਡਰੈਸ ਆਪਾਂ ਤੁਹਾਨੂੰ ਅੱਗੇ ਦੱਸ ਦਿੰਦੇ ਹਾਂ। ਇਹ ਗੱਲ ਹੋ ਗਈ ਪ੍ਰਾਈਵੇਟ ਮਾਰਨਿੰਗ ਸਲੋਟ ਵਾਲਿਆਂ ਦੀ। ਜਿਹੜੀ ਈਵਨਿੰਗ ਸਲੋਟ ਵਾਲਿਆਂ ਦੀ ਗੱਲ ਤਾਂ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਸਟੂਡੈਂਟਸ ਅਪੀਅਰਿੰਗ ਇਨ ਦਾ ਈਵਨਿੰਗ ਸਲੋਟ ਆਰ ਮੈਂਡੇਟਰੀ ਰਿਕੁਆਇਰਡ ਟੂ ਅਪਲੋਡ ਦਾ ਆਂਸਰ ਸ਼ੀਟ ਐਟ ਦਾ ਲਿੰਕ ਪ੍ਰੋਵਾਈਡਡ ਔਨ ਦਾ ਪੋਰਟਲ। ਤਾਂ ਉਹਨਾਂ ਨੇ ਇੱਕ ਪੋਰਟਲ ਦਿੱਤਾ ਇਹਨਾਂ ਨੂੰ, ਪਲੀਜ਼ ਧਿਆਨ ਨਾਲ ਨੋਟ ਕਰ ਲਓ ਇਸ ਪੋਰਟਲ ਨੂੰ। UGExam.puch.ac.in ਇਹ ਹੈਗਾ UG ਐਗਜ਼ਾਮਸ ਲਈ। ਅਤੇ ਨਾਲ ਹੀ ਦੂਜਾ ਪੋਰਟਲ ਉਹਨਾਂ ਨੇ ਦਿੱਤਾ ਹੋਇਆ ਹੈ PGExam.puch.ac.in। ਤਾਂ ਇਹ ਦੋ ਪੋਰਟਲ ਜਿਹੜੇ ਉਹਨਾਂ ਨੇ ਦਿੱਤੇ ਹੋਏ ਆ। ਇਹਨਾਂ ਪੋਰਟਲਸ 'ਤੇ ਇੱਕ ਲਿੰਕ ਜਿਹੜਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ। ਉਸ ਲਿੰਕ 'ਤੇ ਜਾ ਕੇ ਈਵਨਿੰਗ ਸਲੋਟ ਵਾਲਿਆਂ ਨੇ ਆਪਣੀ ਆਂਸਰ ਸ਼ੀਟਸ ਜਿਹੜੀਆਂ ਨੇ ਉਹ ਅਪਲੋਡ ਕਰਨੀਆਂ ਨੇ ਵਿਦਿਨ ਨੈਕਸਟ 90 ਮਿੰਟਸ ਆਫ ਕੰਪਲੀਟਿੰਗ ਦਾ ਪੇਪਰ। ਜਦੋਂ ਹੀ ਤੁਹਾਡਾ ਪੇਪਰ ਖਤਮ ਹੁੰਦਾ ਉਹਦੇ ਬਾਅਦ 90 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਇਹਨਾਂ ਲਿੰਕ 'ਤੇ ਪ੍ਰੋਵਾਈਡ ਕੀਤੇ ਹੋਏ ਲਿੰਕ ਜਿਹੜੇ ਪ੍ਰੋਵਾਈਡ ਕੀਤੇ ਹੋਏ ਇਸ ਪੋਰਟਲ 'ਤੇ ਉੱਥੇ ਜਾ ਕੇ ਆਪਣੀ ਆਂਸਰ ਸ਼ੀਟ ਦੀ PDF ਬਣਾ ਕੇ ਉੱਥੇ ਅਪਲੋਡ ਕਰ ਦੇਣੀ ਹੈ। ਇਹ ਗੱਲ ਹੋ ਰਹੀ ਹੈ ਜੀ ਪ੍ਰਾਈਵੇਟ ਈਵਨਿੰਗ ਸਲੋਟ ਵਾਲਿਆਂ ਦੀ। ਟੂ ਅਪਲੋਡ ਦਾ ਆਂਸਰ ਸ਼ੀਟ ਦਾ ਸਟੂਡੈਂਟਸ ਵਿਲ ਮੇਕ ਅ ਸਿੰਗਲ PDF ਬਣਾਉਣੀ ਹੈ ਤੁਹਾਨੂੰ ਸਾਰੀਆਂ ਆਪਣੀ ਸ਼ੀਟਸ ਦੀ। ਮੰਨ ਲਓ 20 ਸ਼ੀਟਾਂ ਨੇ ਤੁਹਾਡੀਆਂ, ਇੱਕ PDF ਬਣਾਓਗੇ 20 ਸ਼ੀਟਾਂ ਦੀ ਵਿਦ ਐਡਮਿਟ ਕਾਰਡ ਦੇ ਨਾਲ ਐਜ਼ ਅ ਫਸਟ ਪੇਜ। ਹਰ ਇੱਕ ਪੇਪਰ ਦੇ ਵਿੱਚ ਤੁਸੀਂ ਤੁਹਾਡਾ ਜਿਹੜਾ ਪਹਿਲਾ ਪੇਜ ਆ ਉਹ ਐਡਮਿਟ ਕਾਰਡ ਦਾ ਹੋਏਗਾ। ਤਾਂ ਪੇਜ ਨੰਬਰ ਸ਼ੁੱਡ ਬੀ ਰਿਟਨ ਔਨ ਦਾ ਈਚ ਪੇਜ। ਤਾਂ ਹਰ ਇੱਕ ਪੇਜ 'ਤੇ ਤੁਹਾਡਾ ਜਿਹੜਾ ਸ਼ੀਟ ਨੰਬਰ ਪੇਜ ਨੰਬਰ ਉਹ ਮੈਂਸ਼ਨ ਹੋਣਾ ਚਾਹੀਦਾ ਹੈ। ਪੇਜ ਮਸਟ ਬੀ ਸਕੈਨਡ ਇਨ ਅ ਸੀਰੀਅਲ ਆਰਡਰ ਐਂਡ ਅਪਲੋਡਿੰਗ ਦਾ ਆਂਸਰ ਸ਼ੀਟ ਇਨ ਅ JPEG ਫੋਰਮੈਟ ਇਜ਼ ਨਾਟ ਪਰਮਿਸਿਬਲ। ਤਾਂ ਆਂਸਰ ਸ਼ੀਟ ਜਿਹੜੀ ਹੈ ਤੁਸੀਂ JPEG ਫੋਰਮੈਟ ਦੇ ਵਿੱਚ ਅਪਲੋਡ ਕਰੋ। ਇਹ ਪਰਮਿਸਿਬਲ ਨਹੀਂ ਹੈ, ਅਲਾਉਡ ਨਹੀਂ ਹੈਗਾ। ਇਸ ਫੋਰਮੈਟ ਦੇ ਵਿੱਚ ਤੁਹਾਨੂੰ ਆਪਣੀਆਂ ਜਿਹੜੀਆਂ ਆਂਸਰ ਸ਼ੀਟ ਆ ਉਹ ਅਪਲੋਡ ਨਹੀਂ ਕਰਨੀ। PDF ਬਣਾਉਣੀ ਹੈ ਅਤੇ PDF ਬਣਾ ਕੇ ਪਹਿਲਾ ਪੇਜ ਤੁਹਾਡਾ ਐਡਮਿਟ ਕਾਰਡ ਦਾ ਹੋਣਾ ਚਾਹੀਦਾ ਹੈ। ਦੋ ਪੋਰਟਲ ਉਹਨਾਂ ਨੇ ਇੱਥੇ ਦੱਸੀਆਂ। ਇਹਨਾਂ ਦੋ ਪੋਰਟਲ 'ਤੇ ਤੁਹਾਨੂੰ ਲਿੰਕ ਦਿੱਤੇ ਹੋਏ ਹੋਣਗੇ। ਉਸ ਲਿੰਕ 'ਤੇ ਜਾ ਕੇ ਤੁਹਾਨੂੰ ਆਪਣੀ ਜਿਹੜੀਆਂ ਆਂਸਰ ਸ਼ੀਟਸ ਨੇ ਅਪਲੋਡ ਕਰਨੀਆਂ ਨੇ। ਨਾਲ ਹੀ ਹੁਣ ਉਹਨਾਂ ਨੇ ਇੱਕ ਹੋਰ ਪੁਆਇੰਟ ਦਿੱਤਾ ਜਿਹੜਾ ਕਿ ਇੰਪੋਰਟੈਂਟ ਹੈ, ਇਸ ਨੂੰ ਧਿਆਨ ਨਾਲ ਸੁਣੋ। The hard copy of the answer sheet along with the photocopy of admit card is also required to be posted at the address mentioned on the next working day within 2 hours of the opening of post office। ਤਾਂ ਇਹਦੇ ਵਿੱਚ ਜਿਹੜੀ ਗੱਲ ਕੀਤੀ ਗਈ ਉਹ ਕੀ ਹੈਗੀ ਆ? ਆਪਾਂ ਗੱਲ ਕਰ ਰਹੇ ਹਾਂ ਪ੍ਰਾਈਵੇਟ ਈਵਨਿੰਗ ਸਲੋਟ ਵਾਲਿਆਂ ਦੀ ਕਿ ਇੱਕ ਤਾਂ ਉਹਨਾਂ ਨੇ ਆਪਣੇ ਪੋਰਟਲ 'ਤੇ ਦਿੱਤੇ ਹੋਏ ਲਿੰਕ 'ਤੇ ਜਾ ਕੇ ਅਪਲੋਡ ਕਰ ਦੇਣੀ ਹੈ ਉਸੇ ਦਿਨ ਵਿਦਿਨ 90 ਮਿੰਟ ਅਪਲੋਡ ਕਰ ਦੇਣੀ ਹੈ। ਉਸ ਤੋਂ ਇਲਾਵਾ ਨੈਕਸਟ ਡੇ ਜਦੋਂ ਹੀ ਪੋਸਟ ਆਫਿਸ ਓਪਨ ਹੁੰਦਾ ਉਹ ਤੋਂ ਬਾਅਦ 'ਚ ਅੰਦਰ 2 ਘੰਟੇ ਦੇ ਅੰਦਰ ਅੰਦਰ ਜਿਹੜਾ ਹੈ ਤੁਹਾਨੂੰ ਆਪਣੀ ਜਿਹੜੀ ਆਂਸਰ ਸ਼ੀਟਸ ਹੈਗੇ ਨੇ ਉਹ ਪੋਸਟ ਯਾਨੀ ਕਿ ਸਪੀਡ ਪੋਸਟ ਜਾਂ ਰਜਿਸਟਰਡ ਪੋਸਟ ਜਿਹੜੀ ਆ ਉਹ ਕਰਨੀ ਹੈ। ਮਤਲਬ ਈਵਨਿੰਗ ਸਲੋਟ ਵਾਲਿਆਂ ਨੇ ਨੈਕਸਟ ਡੇ ਜਦੋਂ ਵੀ ਪੋਸਟ ਆਫਿਸ ਓਪਨ ਹੋਏਗਾ 2 ਘੰਟੇ ਦੇ ਅੰਦਰ ਅੰਦਰ ਆਪਣੀ ਜਿਹੜੀਆਂ ਉਹਨਾਂ ਦੀ ਆਂਸਰ ਸ਼ੀਟ ਆ ਉਸਨੂੰ ਪੋਸਟ ਕਰਨਾ ਵਿਦ ਐਡਮਿਟ ਕਾਰਡ। ਤਾਂ ਐਡਮਿਟ ਕਾਰਡ ਲਗਾ ਕੇ ਉਹ ਪੋਸਟ ਵੀ ਕਰਨੀ ਆ। ਉਸ ਤੋਂ ਪਹਿਲਾਂ ਜਿਸ ਦਿਨ ਤੁਹਾਡਾ ਪੇਪਰ ਹੋਏਗਾ, ਸ਼ਾਮ ਦਾ ਪੇਪਰ ਹੋਏਗਾ ਈਵਨਿੰਗ ਸਲੋਟ ਵਾਲੇ ਦਾ, 90 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਤੁਹਾਡੇ ਪੋਰਟਲ ਦੇ ਦਿੱਤੇ ਹੋਏ ਲਿੰਕ 'ਤੇ ਆਪਣੀ ਆਂਸਰ ਸ਼ੀਟਸ ਨੂੰ ਅਪਲੋਡ ਵੀ ਕਰਨਾ। ਆਈ ਹੋਪ ਤੁਹਾਨੂੰ ਇਹ ਦੋਨੋਂ ਪੁਆਇੰਟਸ ਬਹੁਤ ਚੰਗੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ। ਜੇ ਫਿਰ ਵੀ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ।
ਦ ਸਟੂਡੈਂਟਸ ਆਰ ਰਿਕੁਆਇਰਡ ਟੂ ਕਲਿੱਕ ਔਨ ਦ ਫੋਲੋਇੰਗ ਅੰਡਰਟੇਕਿੰਗ ਮੈਂਸ਼ਨ ਵਾਈਲ ਦਾ ਅਪਲੋਡਿੰਗ ਦਾ ਆਂਸਰ ਸ਼ੀਟ। ਤਾਂ ਨੀਚੇ ਜਿਹੜੀ ਹੈਗੀ ਇੱਕ ਅੰਡਰਟੇਕਿੰਗ ਜਿਹੜੀ ਹੈ ਦਿੱਤੀ ਹੋਈ ਹੈ, ਇਸ ਅੰਡਰਟੇਕਿੰਗ ਤੇ ਕਹਿੰਦੇ ਤੁਹਾਨੂੰ ਕਲਿੱਕ ਕਰਨਾ ਹੋਏਗਾ ਟੂ ਕਲਿੱਕ ਦ ਫੋਲੋਇੰਗ ਅੰਡਰਟੇਕਿੰਗ ਮੈਂਸ਼ਨ ਵਾਈਲ ਅਪਲੋਡਿੰਗ ਦਾ ਆਂਸਰ ਸ਼ੀਟ। ਤਾਂ ਜਦੋਂ ਹੀ ਤੁਸੀਂ ਅਪਲੋਡ ਕਰਨ ਲੱਗੋਗੇ ਆਪਣੀ ਆਂਸਰ ਸ਼ੀਟ, ਉੱਥੇ ਇੱਕ ਅੰਡਰਟੇਕਿੰਗ ਆਏਗੀ, ਇਸ ਅੰਡਰਟੇਕਿੰਗ ਤੇ ਤੁਹਾਨੂੰ ਕਲਿੱਕ ਕਰਨਾ ਹੈ, ਯਾਨੀ ਕਿ ਇਸ ਨੂੰ ਐਕਸੈਪਟ ਕਰਨਾ ਹੈ, ਇਸ ਅੰਡਰਟੇਕਿੰਗ ਨੂੰ। ਉਸ ਤੋਂ ਬਾਅਦ ਆ ਜਾਂਦਾ ਸੀ ਪੁਆਇੰਟ, ਦ ਹਾਰਡ ਕਾਪੀ ਆਫ ਦ ਆਂਸਰ ਸ਼ੀਟ ਆਫ all USOL ਪ੍ਰਾਈਵੇਟ ਸਟੂਡੈਂਟਸ ਸ਼ੁੱਡ ਬੀ ਪੋਸਟਡ ਇਨ ਅ ਸੀਲਡ ਐਨਵੈਲਪ to the following address through speed post, registered post only, and the subject code, exam code of the paper should be written on the envelope। ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਹਾਰਡ ਕਾਪੀ ਤੁਸੀਂ ਪੋਸਟ ਕਰੋਗੇ ਉਹ ਸੀਲਡ ਹੋਣਾ ਚਾਹੀਦਾ ਐਨਵੈਲਪ, ਉਹਦੇ ਉੱਤੇ ਸਹੀ ਤਰੀਕੇ ਨਾਲ ਐਡਰੈਸ ਲਿਖਿਆ ਹੋਣਾ ਚਾਹੀਦਾ, ਸਬਜੈਕਟ ਕੋਡ ਲਿਖਿਆ ਹੋਣਾ ਚਾਹੀਦਾ, ਐਗਜ਼ਾਮ ਕੋਡ ਜਿਹੜਾ ਉਹ ਲਿਖਿਆ ਹੋਣਾ ਚਾਹੀਦਾ ਪੇਪਰ ਦਾ ਐਨਵੈਲਪ ਦੇ ਉੱਪਰ, ਅਤੇ ਨਾਲ ਹੀ ਉਹਨਾਂ ਨੇ ਐਡਰੈਸ ਦਿੱਤਾ ਹੋਇਆ। ਤੁਸੀਂ ਦੇਖ ਸਕਦੇ ਹੋ ਆਹ ਐਡਰੈਸ ਜਿਹੜਾ ਇੱਥੇ ਦਿੱਤਾ ਹੋਇਆ, ਇਸ ਐਡਰੈਸ 'ਤੇ ਜਿਹੜਾ ਹੈਗਾ ਤੁਹਾਨੂੰ ਆਪਣੀ ਜਿਹੜੀ ਸਪੀਡ ਪੋਸਟ ਜਾਂ ਰਜਿਸਟਰਡ ਪੋਸਟ ਕਰਨੀ ਆ, ਉਹ ਇਸ ਐਡਰੈਸ 'ਤੇ ਕਰਨੀ ਹੈ। ਉਸ ਤੋਂ ਬਾਅਦ ਆ ਜਾਂਦਾ ਡੀ ਪੁਆਇੰਟ, ਇੰਪੋਰਟੈਂਟ ਨੋਟ। ਡੀ ਪੁਆਇੰਟ ਜਿਹੜਾ ਹੈਗਾ ਇੰਪੋਰਟੈਂਟ ਨੋਟ ਹੈ। ਕੀ ਕਹਿੰਦਾ ਇਹ? ਕਹਿੰਦਾ USOL ਪ੍ਰਾਈਵੇਟ ਸਟੂਡੈਂਟਸ ਰਿਕਮੈਂਡਡ ਫॉर ਰੈਗੂਲਰ ਆਲਸੋ, ਪ੍ਰਾਈਵੇਟ ਸਟੂਡੈਂਟਸ ਲਈ ਵੀ ਹੈ, ਰੈਗੂਲਰ ਸਟੂਡੈਂਟਸ ਲਈ ਵੀ ਇਹੀ ਇੰਪੋਰਟੈਂਟ ਨੋਟ ਜਿਹੜਾ ਰਿਕਮੈਂਡ ਕੀਤਾ ਗਿਆ, ਆਰ ਰਿਕੁਆਇਰਡ ਟੂ ਮੇਕ ਅ PDF ਆਫ ਦੇਅਰ ਆਂਸਰ ਸ਼ੀਟ। ਤਾਂ ਉਹਨਾਂ ਨੂੰ ਰਿਕੁਆਇਰ ਕੀਤਾ ਗਿਆ, ਮਤਲਬ ਉਹਨਾਂ ਲਈ ਜ਼ਰੂਰੀ ਹੈ ਕਿ ਆਪਣੀ PDF ਬਣਾਉਣਾ ਆਂਸਰ ਸ਼ੀਟ ਦੀ, ਐਂਡ ਈਮੇਲ ਦਾ ਸੇਮ ਟੂ ਦੇਅਰ ਓਨ ਈਮੇਲ ID। ਬਿਲਕੁਲ, ਇਹ ਜਿਹੜੀ ਜਿਨ੍ਹਾਂ ਨੇ ਵੀ ਇੱਥੇ ਆਪਾਂ ਉੱਪਰ ਪੜ੍ਹੀਆਂ, ਜਿਨ੍ਹਾਂ ਨੇ ਵੀ ਆਪਾਂ ਪੜ੍ਹਿਆ ਕਿ ਈਮੇਲ ਕਰਨੀ ਹੈ, ਈਮੇਲ ID 'ਤੇ ਆਪਣੀ ਆਂਸਰ ਸ਼ੀਟਸ ਨੂੰ ਅਪਲੋਡ ਕਰਨਾ, ਇਹ ਜ਼ਰੂਰੀ ਹੈ ਕਿ ਉਹਨਾਂ ਦੀ ਜਿਹੜੀ ਈਮੇਲ ID ਹੋਏਗੀ ਉਹ ਉਹਨਾਂ ਬੱਚਿਆਂ ਦੀ ਆਪਣੀ ਹੋਣੀ ਚਾਹੀਦੀ ਹੈ। ਦਿਸ ਇਜ਼ ਟੂ ਬੀ ਡਨ ਮੈਂਡੇਟਲੀ ਔਨ ਦ ਸੇਮ ਡੇ ਆਫ ਐਗਜ਼ਾਮੀਨੇਸ਼ਨ ਵਿਦਇਨ ਅ ਸਟਿਪੂਲੇਟਡ ਟਾਈਮ ਆਫ 90 ਮਿੰਟਸ। ਉਸੇ ਦਿਨ ਦੇ ਜਦੋਂ ਹੀ ਤੁਹਾਡਾ ਪੇਪਰ ਖਤਮ ਹੁੰਦਾ ਹੈ 90 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਅਪਲੋਡ ਕਰਨੀ ਹੈ। ਇਨ ਕੇਸ ਆਫ ਐਨੀ ਡਿਸਕ੍ਰਿਪੈਂਸੀ ਇਨ ਸਬਮਿਸ਼ਨ ਆਫ ਆਂਸਰ ਸ਼ੀਟ, ਦ ਕੈਂਡੀਡੇਟ would be asked to forward the time stamped email along with the registered post slip to the nodal center university for necessary action। ਤਾਂ ਉਹਨਾਂ ਨੇ ਕਿਹਾ ਕਿ ਅਗਰ ਕਿਸੇ ਵੀ ਕਰਕੇ ਤੁਹਾਡੀ ਜਿਹੜੀ ਹੈਗੀ ਕੋਈ ਡਿਲੇ ਹੁੰਦਾ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਹੈ, ਤਾਂ ਕੈਂਡੀਡੇਟ ਵੁੱਡ ਬੀ ਆਸਕਡ ਟੂ ਫੋਰਵਰਡ ਦਾ ਟਾਈਮ ਸਟੈਂਪਡ ਈਮੇਲ। ਤਾਂ ਉਹ ਟਾਈਮ ਸਟੈਂਪਡ ਈਮੇਲ ਲਗਾ ਕੇ ਫੋਰਵਰਡ ਅੱਗੇ ਕਰ ਸਕਦਾ ਅਲੋਂਗ ਵਿਦ ਦਾ ਰਜਿਸਟਰਡ ਪੋਸਟ ਸਲਿਪ ਟੂ ਦਾ ਨੋਡਲ ਸੈਂਟਰ ਯੂਨੀਵਰਸਿਟੀ for necessary action। The date and time in the email will be noted in these issues। E point ਜਿਹੜਾ ਇੱਥੇ ਦਿੱਤਾ ਹੋਇਆ, all answer sheets uploaded on the portal of Punjab University for evening slot will be cross verified with the hard copies received in the Punjab University। ਤਾਂ ਉਹਨੇ ਕਿਹਾ ਕਿ all the answer sheets ਜਿਹੜੇ ਤੁਸੀਂ ਅਪਲੋਡ ਕਰੋਗੇ ਪੋਰਟਲ 'ਤੇ ਪੰਜਾਬ ਯੂਨੀਵਰਸਿਟੀ ਦੀ ਫॉर ਈਵਨਿੰਗ ਸਲੋਟ ਵਾਲੇ, ਕਿਉਂਕਿ ਈਵਨਿੰਗ ਸਲੋਟ ਵਾਲੇ ਦੋ ਤਰੀਕੇ ਕਰ ਰਹੇ ਆ ਨਾ, ਉਹਨਾਂ ਨੇ ਅਪਲੋਡ ਵੀ ਕਰਨੀ ਹੈ ਸ਼ਾਮ ਨੂੰ, ਐਂਡ ਨੈਕਸਟ ਡੇ ਜਾ ਕੇ ਫਿਰ ਉਹਨਾਂ ਨੇ ਜਿਹੜੀ ਹਾਰਡ ਕਾਪੀ ਦੇ ਥਰੂ ਯਾਨੀ ਕਿ ਪੋਸਟ ਵੀ ਕਰਨੀ ਹੈ। ਤਾਂ ਆਂਸਰ ਸ਼ੀਟ ਅਪਲੋਡਡ ਔਨ ਦਾ ਪੋਰਟਲ ਆਫ ਪੰਜਾਬ ਯੂਨੀਵਰਸਿਟੀ ਫॉर ਈਵਨਿੰਗ slot will be cross verified with the hard copies received in the university and are liable to be rejected for evaluation if any alteration is observed। ਦੇਖੋ, ਜੇ ਤੁਸੀਂ ਅਪਲੋਡ ਕਰਦੇ ਹੋ ਜਿਹੜੀ ਆਂਸਰ ਸ਼ੀਟ, ਅਤੇ ਅਪਲੋਡ ਕਰਨ ਤੋਂ ਬਾਅਦ ਜਿਹੜੀ ਤੁਸੀਂ ਪੋਸਟ ਕਰਦੇ ਹੋ ਨੈਕਸਟ ਡੇ, ਅਗਰ ਉਹਨਾਂ ਦੋਨਾਂ ਆਂਸਰ ਸ਼ੀਟਸ ਦੇ ਵਿੱਚ ਕੁਝ ਚੇਂਜ ਆਉਂਦਾ ਹੈ ਕਿ ਤੁਸੀਂ ਅਪਲੋਡ ਤਾਂ ਕੋਈ ਹੋਰ ਆਂਸਰ ਸ਼ੀਟ ਕੀਤੀ ਹੈ, ਅਤੇ ਜਦ ਤੁਸੀਂ ਪੋਸਟ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਕੋਈ ਹੋਰ ਆਂਸਰ ਸ਼ੀਟ ਪੋਸਟ ਕਰ ਰਹੇ ਹੋ, ਜਾਂ ਉਹਦੇ ਵਿੱਚ ਕੋਈ ਐਕਸਟਰਾ ਕੁਐਸਚਨ ਦਾ ਆਂਸਰ ਲਿਖ ਕੇ ਪੋਸਟ ਕਰ ਰਹੇ ਹੋ, ਜਾਂ ਕੋਈ ਵੀ ਚੇਂਜ ਕਰਦੇ ਹੋ, ਤਾਂ ਉਹ ਵੈਰੀਫਾਈ ਕੀਤੀਆਂ ਜਾਣਗੀਆਂ। ਅਤੇ ਕੁਛ ਵੀ ਅਗਰ ਚੇਂਜ ਜਾਂ ਅਲਟਰੇਸ਼ਨ ਤੁਹਾਡੇ ਪੇਪਰ ਦੇ ਵਿੱਚ, ਤੁਹਾਡੀ ਆਂਸਰ ਸ਼ੀਟ ਦੇ ਵਿੱਚ ਨਜ਼ਰ ਆਉਂਦੀ ਹੈ, ਤਾਂ ਤੁਹਾਡਾ ਪੇਪਰ ਜਿਹੜਾ ਉੱਥੇ ਰਿਜੈਕਟ ਕਰ ਦਿੱਤਾ ਜਾਊਗਾ। ਉਸ ਤੋਂ ਬਾਅਦ ਆਪਣੇ ਪਾਸ ਆਉਂਦਾ ਹੈ 10th ਪੁਆਇੰਟ, all important announcements, information, notices related to the examination are always uploaded on the notice board, date sheet section in examination link of Punjab University website and only these are to be considered authentic। ਤਾਂ ਉਹਨਾਂ ਨੇ ਕਿਹਾ ਕਿ ਆਪਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਾਂਦੇ ਰਹੋ, ਉੱਥੇ ਇੰਪੋਰਟੈਂਟ ਨੋਟਿਸਿਸ ਆਉਂਦੇ ਰਹਿਣਗੇ, ਅਤੇ ਸਿਰਫ ਉੱਥੇ ਆਏ ਹੋਏ ਨੋਟਿਸ ਨੂੰ ਹੀ ਤੁਸੀਂ ਕੰਸੀਡਰ ਕਰਨਾ ਹੈ। ਉਸ ਤੋਂ ਬਾਅਦ ਆਉਂਦਾ ਆਪਣਾ 11th ਪੁਆਇੰਟ, ਅ ਡੈਮੋ ਵੀਡੀਓ ਫॉर ਸਕੈਨਿੰਗ, ਕ੍ਰੀਏਟਿੰਗ, ਅਪਲੋਡਿੰਗ ਅ ਸਿੰਗਲ PDF of whole the answer sheet to the portal। A link will be provided for the students at UGPG website of the university। ਤਾਂ ਜਿਹੜਾ ਕੁਝ ਵੀ ਤੁਹਾਨੂੰ ਕਰਨਾ ਹੈ, ਇਹ ਸਾਰਾ ਪ੍ਰੋਸੀਜਰ, ਇਹਦੀ ਇੱਕ ਡੈਮੋ ਵੀਡੀਓ ਅਪਲੋਡ ਕੀਤੀ ਗਈ ਹੈ। ਕਿੱਥੇ ਕੀਤੀ ਗਈ ਹੈ? UGPG ਵੈਬਸਾਈਟ 'ਤੇ ਕੀਤੀ ਗਈ ਹੈ। UGPG ਵੈਬਸਾਈਟ ਕਿਹੜੀ ਹੈ? ਤੁਸੀਂ ਵੀਡੀਓ ਨੂੰ ਪਿੱਛੇ ਕਰਕੇ ਦੇਖ ਸਕਦੇ ਹੋ, ਆਪਾਂ ਉੱਪਰ ਦੱਸਿਆ UGPG ਵੈਬਸਾਈਟਸ ਕਿਹੜੀਆਂ ਨੇ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। 12th ਪੁਆਇੰਟ ਆਪਣੇ ਪਾਸ ਆ ਜਾਂਦਾ ਹੈ, ਲਾਸਟ ਪੁਆਇੰਟ ਹੈਗਾ ਇੱਥੇ, ਸਿੰਸ ਔਨਲਾਈਨ ਐਗਜ਼ਾਮੀਨੇਸ਼ਨ ਇਜ਼ ਅ ਪੈਨ ਪੇਪਰ ਐਗਜ਼ਾਮੀਨੇਸ਼ਨ ਬੀ ਅਟੈਂਪਟਡ ਬਾਈ ਦ candidate from their own place, thereby no other provisions like rechecking or revaluation is permitted in this regard। ਤਾਂ 12th ਪੁਆਇੰਟ ਆਪਾਂ ਨੂੰ ਕਹਿੰਦਾ ਹੈ, ਕਿਉਂਕਿ ਇਹ ਪੇਪਰ ਜਿਹੜੀਆਂ ਬਲੈਂਡਡ ਮੋਡ ਨਾਲ ਲਏ ਜਾ ਰਹੇ ਆ, ਜਿਹਨੂੰ ਆਪਾਂ ਔਨਲਾਈਨ ਮੋਡ ਵੀ ਕਹਿ ਦਿੰਦੇ ਹਾਂ, ਪੈਨ ਔਰ ਪੇਪਰ ਐਗਜ਼ਾਮੀਨੇਸ਼ਨ ਵੀ ਕਹਿ ਦਿੰਦੇ ਹਾਂ, ਤਾਂ ਇਹ ਜਿਹੜੀ ਹੈ ਰੀਵੈਲਿਊਏਸ਼ਨ ਲਈ ਜਿਹੜੇ ਇੱਥੇ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਜਾਊਗੀ, ਯਾਨੀ ਕਿ ਇਹਨਾਂ ਪੇਪਰਾਂ ਦੀ ਤੁਸੀਂ ਰੀਵੈਲਿਊਏਸ਼ਨ ਜਾਂ ਰੀਚੈਕਿੰਗ ਜਿਹੜੀ ਆ ਉਹ ਨਹੀਂ ਭਰ ਸਕਦੇ।
ਉਸ ਤੋਂ ਬਾਅਦ ਇੱਕ ਨੋਟ ਦਿੱਤਾ ਹੋਇਆ ਇੱਥੇ ਲਾਸਟ ਨੋਟ ਹੈਗਾ ਵਿਜ਼ੂਅਲੀ ਇੰਪੇਅਰਡ ਡਿਸੇਬਲ ਸਟੂਡੈਂਟਸ ਆਰ ਅਲਾਊਡ ਟੂ ਹੈਵ ਅਸਿਸਟੈਂਸ ਫਰੋਮ ਅ ਸਕ੍ਰਾਈਬ ਰਾਈਟਰ ਐਜ਼ ਪਰ ਦ ਯੂਨੀਵਰਸਿਟੀ ਰੂਲ ਐਂਡ ਨੋ ਸੈਪਰੇਟ ਪਰਮਿਸ਼ਨ ਫਰੋਮ ਦ ਯੂਨੀਵਰਸਿਟੀ ਇਜ਼ ਰਿਕੁਆਇਰਡ ਫॉर ਦਿਸ ਪਰਪਸ। ਤਾਂ ਉਹਨਾਂ ਨੇ ਬੋਲਿਆ ਕਿ ਜਿਹੜੇ ਵੀ ਡਿਸੇਬਲ ਜਾਂ ਵਿਜ਼ੂਅਲੀ ਇੰਪੇਅਰਡ ਪਰਸਨ ਆ ਉਹ ਆਪਣੇ ਨਾਲ ਇੱਕ ਲਿਖਾਰੀ ਦੀ ਸੁਵਿਧਾ ਜਿਹੜੀ ਆ ਉਹ ਲੈ ਸਕਦੇ ਆ, ਰੱਖ ਸਕਦੇ ਆ, ਪਰ ਉਹ ਲਿਖਾਰੀ ਦਾ ਪ੍ਰਬੰਧ ਕਰਨਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੋਏਗੀ। ਇਹ ਸੀਗੀਆਂ ਜੀ ਡਿਟੇਲਡ ਇੰਸਟਰਕਸ਼ਨਸ ਜਿਹੜੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਜਿਹੜੇ ਜਾਰੀ ਕੀਤੀਆਂ ਗਈਆਂ ਔਨਲਾਈਨ ਐਗਜ਼ਾਮੀਨੇਸ਼ਨ ਦੇ ਰਿਲੇਟਿਡ ਜਿਹੜੇ 15 ਫਰਵਰੀ ਤੋਂ ਸ਼ੁਰੂ ਹੋ ਰਹੇ ਹੈ। 15 ਫਰਵਰੀ ਤੋਂ 3rd 5th 7th ਅਤੇ 9th ਸਮੈਸਟਰ ਵਾਲਿਆਂ ਦੇ ਪੇਪਰ ਹੈਗੇ ਆ ਅਤੇ ਫਸਟ ਸਮੈਸਟਰ ਵਾਲਿਆਂ ਦੇ ਪੇਪਰ 2nd ਵੀਕ ਆਫ ਦਾ ਮਾਰਚ ਜਿਹੜੀਆਂ ਸ਼ੁਰੂ ਹੋਣਗੇ। ਡਿਟੇਲਡ ਇੰਸਟਰਕਸ਼ਨਸ ਆਪਾਂ ਨੇ ਦੇਖ ਲਿਆ। ਜੇ ਫਿਰ ਵੀ ਤੁਹਾਨੂੰ ਕੋਈ ਕੁਐਰੀ ਜਿਹੜੀ ਆ ਨਜ਼ਰ ਆਉਂਦੀ ਹੈ ਕਿਸੇ ਵੀ ਪੁਆਇੰਟ ਬਾਰੇ, ਤੁਸੀਂ ਡਿਟੇਲਡ ਜਿਹੜੀ ਇਨਫੋਰਮੇਸ਼ਨ ਹੋਰ ਲੈਣਾ ਚਾਹੁੰਦੇ ਹੋ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਦੀਆਂ ਕੁਐਰੀਜ਼ ਜਿਹੜੀਆਂ ਉਹ ਖਤਮ ਹੋ ਸਕਣ, ਅਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਮਿਲ ਸਕਦੀ ਹੈ। ਥੈਂਕ ਯੂ।